ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਲਾਈਵ ਟਾਕ ਸ਼ੋਅ ਵਿੱਚ ਮੇਰਾ ਤੁਹਾਡੇ ਨਾਲ ਸਾਥ ਹਰ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਗੱਲਾਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈਏ ਜਿਹੜੀਆਂ ਵਾਕਿਆ ਹੀ ਸਾਨੂੰ ਕਰਨੀਆਂ ਚਾਹੀਦੀਆਂ, ਜਿਨ੍ਹਾਂ ਦੀ ਇਨਫੋਰਮੇਸ਼ਨ ਸਾਨੂੰ ਤੁਹਾਡੇ ਤੱਕ ਲਿਆਉਣੀ ਸਾਡਾ ਫਰਜ਼ ਵੀ ਬਣਦਾ ਆ। ਬੀਇੰਗ ਇਨ ਅ ਮੀਡੀਆ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਸਾਰੇ ਹੀ ਆਪਣੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਆ। ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ 10 ਅਕਤੂਬਰ ਨੂੰ ਸ਼ਨੀਵਾਰ ਨੂੰ ਸੁਖੀ ਬਾਟ ਮੋਟਰਸ ਤੇ ਲਾਈਵ ਔਨ 에ਅਰ ਹੋਣ ਜਾ ਰਿਹਾ। ਸੋ ਸਾਂਝਾ ਟੀਵੀ ਦੀ ਪੂਰੀ ਟੀਮ ਉੱਥੇ ਹੋਵੇਗੀ 12 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ ਉਹਨਾਂ ਦੀਆਂ ਬੈਸਟ ਡੀਲ ਦਾ ਤੁਸੀਂ ਵੀ ਫਾਇਦਾ ਲੈ ਸਕਦੇ ਹੋ ਤੇ ਤੁਸੀਂ ਸਾਡੀ ਟੀਮ ਨੂੰ ਮਿਲਣ ਵੀ ਆ ਸਕਦੇ ਹੋ। ਔਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਵੇਰੇ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਮੇਰਾ ਸਾਥ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਦਿੰਦੇ ਨੇ। ਪਰ ਕਈ ਇਹੋ ਜਿਹੇ ਜਿਹੜੇ ਸਾਡੇ ਕੋਲ ਗੈਸਟ ਹੁੰਦੇ ਆ ਜਿਹੜੇ ਪੰਜਾਬ ਤੋਂ ਹੁੰਦੇ ਆ, ਪਰ ਉਹ ਅਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਆ। ਪਰ ਸਾਡੇ ਟਾਈਮ ਦੇ ਕਰਕੇ ਕਈ ਵਾਰੀ ਸਾਨੂੰ ਇਹ ਟਾਈਮ ਵੀ ਦੇਖਣਾ ਪੈਂਦਾ ਉਹਨਾਂ ਦੇ ਟਾਈਮ ਦੇ ਹਿਸਾਬ ਦੇ ਨਾਲ। ਸੋ ਅੱਜ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਨੂੰ ਤੁਸੀਂ ਬਾਖੂਬ ਜਾਣਦੇ ਹੋ, ਪਰ ਪਹਿਲਾਂ ਸ਼ੋਅ ਦੇ ਵਿੱਚ ਅਸੀਂ ਜੀ ਆਇਆਂ ਕਰਦੇ ਹਾਂ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਹੋਣਾ ਨੂੰ। ਉਸ ਤੋਂ ਬਾਅਦ ਅਸੀਂ ਅੱਜ ਪੰਜਾਬ ਦੀ ਉਸ ਧੀ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਨੂੰ ਵਾਕਿਆ ਹੀ ਤੁਸੀਂ ਵੀ ਸਾਰੇ ਬੜਾ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ ਇੱਕ ਨਿਧੜਕ ਹੋ ਕੇ ਆਪਣੀ ਆਵਾਜ਼ ਹਮੇਸ਼ਾ ਬੁਲੰਦ ਰੱਖੀ ਹੈ ਤੇ ਸੱਚਾਈ ਤੇ ਅਟੱਲ ਖੜੇ ਰਹੇ ਆ। ਔਰ ਬਹੁਤ ਸਾਰੀਆਂ ਸਾਡੇ ਵਰਗੀਆਂ ਜਿਹੜੀਆਂ ਔਰਤਾਂ ਹੈ ਜਿਹੜੀਆਂ ਫੀਲਡ ਦੇ ਵਿੱਚ ਬਾਹਰ ਕੰਮ ਕਰਦੀਆਂ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਮੋਟੀਵੇਟ ਕਰਦੇ ਰਹਿੰਦੇ ਆ। ਸੋ ਬਹੁਤ ਹੀ ਸਤਿਕਾਰਯੋਗ ਨੇ। ਅੱਗੇ ਜਾ ਕੇ ਅਸੀਂ ਉਹਨਾਂ ਦੀ ਇੰਟਰੋਡਕਸ਼ਨ ਵੀ ਤੁਹਾਨੂੰ ਦਿੰਦੇ ਆ, ਪਰ ਪਹਿਲਾਂ ਕੁਲਦੀਪ ਸਿੰਘ ਹੋਣਾ ਨੂੰ ਜੀ ਆਇਆਂ ਕਹਿੰਦੇ ਆ। ਸੋ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਜੀ ਤੁਹਾਨੂੰ ਸਾਡੇ ਸ਼ਾਮ ਦੇ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਨੇ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਤੁਸੀਂ ਸਮਾਂ ਕੱਢਦੇ ਹੋ ਤੇ ਸਾਰਿਆਂ ਵੱਲੋਂ ਬੜਾ ਭਰਪੂਰ ਹੁੰਗਾਰਾ ਮਿਲਦਾ ਹੈ ਕਿ ਤੁਸੀਂ ਆਪਣਾ ਸਮਾਂ ਕੱਢਦੇ ਹੋ ਤੇ ਵੱਖ-ਵੱਖ ਸ਼ਖਸੀਅਤਾਂ ਨੂੰ ਵੀ ਅਸੀਂ ਲੈ ਕੇ ਆਉਂਦੇ ਆ ਜੀ। ਸੋ ਅੱਜ ਜਿਹੜੇ ਸਤਿਕਾਰਯੋਗ ਸਾਡੇ ਨਾਲ ਸ਼ਖਸੀਅਤ ਆ, ਮੈਂ ਚਾਹੂੰਗੀ ਕਿ ਉਹਨਾਂ ਦੀ ਇੰਟਰੋਡਕਸ਼ਨ ਤੁਸੀਂ ਦਿਓ ਜੀ। ਅਸਲ 'ਚ ਇਦਾਂ ਹੈ ਕਿ ਯਤਨ ਹੁੰਦਾ ਹੈ, ਜੇ ਤੁਸੀਂ ਮੀਡੀਆ ਦੇ ਵਿੱਚ ਹੋ ਤੇ ਯਤਨ ਹੁੰਦਾ ਹੈ ਕਿ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੋਈ ਨਾਮਣਾ ਖੱਟਿਆ, क्योंकि हर व्यक्ति यत्न करता है कि मैं कुछ ना कुछ ऐसा कार्य करा, ऐसा काम करा, या चंगा या माड़ा। तुसी को माड़ा काम भी करते हो, दुनिया भर दे विच चर्चा होंदी है, लो जी फलाने बंदे ने आ कतल करता, दुनिया भर दे विच पता लग जांदा। लो जी ओसामा बिन लादन दी जदों असीं गलबात करदे आ ते पूरे दुनिया नूं पता लग गया कि आ फलाना बंदा सी। ਤੇ ਜਦੋਂ ਕੋਈ ਚੰਗੇ ਵਿਅਕਤੀਆਂ ਦੀ ਗੱਲਬਾਤ ਹੁੰਦੀ ਹੈ, ਭਗਤ ਪੂਰਨ ਸਿੰਘ ਦਾ ਜ਼ਿਕਰ ਆਉਂਦਾ ਹੈ, ਮਦਰ ਟਰੇਸਾ ਦਾ ਜ਼ਿਕਰ ਆਉਂਦਾ ਹੈ, ਕਲਪਨਾ ਚਾਵਲਾ ਦਾ ਜ਼ਿਕਰ ਆਉਂਦਾ ਹੈ, ਤੇ ਫਿਰ ਲੋਕੀ ਚੇਤੇ ਕਰਦੇ ਆ। ਮੈਨੂੰ ਯਾਦ ਹੈ ਜਦੋਂ ਮੀਡੀਆ ਦੇ ਵਿੱਚ ਮੈਂ ਪਹਿਲੀ ਵਾਰੀ ਆਇਆ ਸੀ ਤੇ ਹੈਲਥ ਸ਼ੋਅ ਸ਼ੁਰੂ ਕੀਤੇ ਸਨ ਤੇ ਇੱਕ ਐਸੇ ਸ਼ਖਸੀਅਤ ਨਾਲ, ਕਿਉਂਕਿ ਮੇਰਾ ਸ਼ਹਿਰ ਪਟਿਆਲਾ ਹੈ, ਰਾਜੇ ਮਾਰੇ ਆ ਜਾਂਦੇ ਆ, ਪਿੰਡ ਆ, ਤੇ ਉਸ ਸ਼ਹਿਰ ਦੇ ਵਿੱਚ ਸ਼ਖਸੀਅਤਾਂ ਵੀ ਐਸੀਆਂ ਨੇ। ਉਹਦਾ ਕਾਰਨ क्योंकि धार्मिक पक्षों, सभ्याचारक पक्षों, राजनीतिक पक्षों, हर पक्षों भरपूर होना हरेक व्यक्ति के हिस्से च नहीं आता। खास करके जिन्होंने व्यक्तियों ने प्रोफैसर साहब सिंह नूं पढ़िया, प्रोफैसर साहब सिंह सिख कौम दे विच ऐसी शख्सियत हुई है जिन्होंने श्री गुरु ग्रंथ साहिब महाराज जी का टीका लिखिया। प्रोफैसर प्रीतम सिंह उन्होंने मेरा ख्याल है कोई ऐसी शख्सियत है जिहड़ी नहीं जानते। डॉक्टर दलजीत सिंह जी अखां दे जिहड़े उगे डॉक्टर भारत दे विचों टॉप डॉक्टर गिने गए ने, उन्होंने कौन नहीं जानता। डॉक्टर रूप सिंह होनी जिहड़े बकायदा वाइस चांसलर यूनीवर्सिटी दे रहे ने, कौन नहीं जानता। उस परिवार दे विच जम्मिया पलिया जिहड़ा बच्चा है, उस परिवार दे विच वड्डा होया जिहड़ा बच्चा है, जिहड़े बच्चे नूं गुरती प्रोफैसर साहिब सिंह ने दित्ती होवे ਤੇ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੀ ਪਾਲਣਾ ਪੋਸ਼ਣ ਦੇ ਵਿੱਚ ਉਹ ਬੱਚਾ ਪਲਿਆ ਹੋਵੇ ਤੇ ਕੁਦਰਤੀ ਗੱਲ ਹੈ ਉਹਨਾਂ ਦੇ ਮਨ ਦੇ ਅੰਦਰ ਫਿਰ ਉਹ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ, ਧਰਮ ਪ੍ਰਤੀ ਪਿਆਰ, ਮਨੁੱਖਤਾ ਪ੍ਰਤੀ ਪਿਆਰ ਉਹ ਫਿਰ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਰਾਹੀਂ ਨਹੀਂ ਬਿਆਨ। ਅੱਜ ਉਹ ਸ਼ਖਸੀਅਤ ਪਹਿਲੀ ਵਾਰੀ ਜਿਹੜਾ ਸਾਂਝਾ ਟੀਵੀ ਹੈ ਉੱਥੇ शामिल होने जा रहे हैं और उस शख्सियत ने उन्होंने इंट्रोड्यूस करने तो पहला थोड़ा जिहा मैं दस दें, तकरीबन 4 दर्जन के लागे
ਕਿਤਾਬਾਂ ਲਿਖੀਆਂ ਨੇ। ਡਾਕਟਰ ਕੋਲ ਹੁਣ ਵੀ ਜਦੋਂ ਮੈਂ ਗੱਲਬਾਤ ਕਰ ਰਹੇ ਹਾਂ ਤੇ ਹੁਣੇ ਅਜੇ ਹਸਪੀਟਲ ਤੋਂ ਆਏ ਆ, ਆਰਾਮ ਕਰਨਾ ਹੁੰਦਾ ਹੈ। ਪਰ ਨਹੀਂ, ਜਿੱਥੇ ਕੌਮ ਦੀ ਗੱਲ ਹੈ, ਜਿੱਥੇ ਮਨੁੱਖਤਾ ਦੀ ਗੱਲ ਹੈ, ਜਿੱਥੇ ਇਨਸਾਨੀਅਤ ਦੀ ਗੱਲ ਹੈ, ਸਮਾਂ ਪਹਿਲਾਂ ਜੀ ਬਿਲਕੁਲ 42 ਕਿਤਾਬਾਂ ਲਿਖ ਚੁੱਕੇ ਆ ਤੇ ਵਰਲਡ ਵਾਈਡ ਜਿਹੜੇ ਵੱਡੇ ਤੋਂ ਵੱਡੇ ਇਨਾਮ ਨੇ, ਪੁਰਸਕਾਰ ਨੇ, ਸਤਿਕਾਰ ਨੇ, ਉਹਨਾਂ ਨੂੰ ਮਿਲ ਚੁੱਕੇ ਆ। ਪੰਜਾਬ ਦੀ ਧੀ, ਜਗਤ ਭੈਣ, ਪੰਜਾਬ ਦੀ ਸ਼ੇਰਨੀ, ਯਾਨੀ ਕਿ ਇਹ ਇਨਾਮ, ਇਹ ਰਿਵਾਰਡ, ਇਸ ਸ਼ਬਦ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਹੁੰਦਾ, ਪੰਜਾਬੀਅਤ ਲਈ ਕੁਝ ਕੀਤਾ ਹੁੰਦਾ। ਯੂਨਾਈਟਿਡ ਨੇਸ਼ਨ ਯੂਐਨਓ ਦੇ ਵਿੱਚ ਮੇਰੇ ਖਿਆਲ ਪਹਿਲੀ ਵਾਰੀ ਸੀ ਜਦੋਂ ਕਿਸੇ ਸ਼ਖਸੀਅਤ ਨੇ ਜਾ ਕੇ ਪੰਜਾਬੀ ਮਾਂ ਬੋਲੀ ਦਰਜ ਕਰਾਈ ਹੋਵੇ। ਤੇ ਜਦੋਂ ਪੰਜਾਬੀ ਦਰਜ ਕਰਵਾਈ ਸੀ ਨਾ, ਪੂਰਾ ਸਿਸਟਮ ਇਹ ਲੱਗਿਆ ਸੀ ਵੀ ਆਹ ਕੌਣ ਹੈ। ਉਹ ਕਹਿੰਦੀ ਕਿਉਂ ਨਹੀਂ, ਜਦੋਂ ਦੂਸਰੇ ਮੁਲਕਾਂ ਦੇ ਲੋਕ ਆ ਕੇ ਆਪਣੀ ਮਾਂ ਜ਼ਬਾਨ ਦੇ ਵਿੱਚ, ਆਪਣੀ ਮਾਤਰ ਭਾਸ਼ਾ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ ਗੱਲਬਾਤ ਕਰ ਸਕਦੇ ਆ, ਮੈਂ ਕਿਉਂ ਨਹੀਂ। ਮੇਰੇ ਲਈ ਲੱਭੋ ਟਰਾਂਸਲੇਟਰ। ਤੇ ਜਿਹੜੇ ਉੱਥੇ ਦੇ ਕਮਿਸ਼ਨਰ ਸਨ ਭਾਰਤ ਦੇ, ਉਹਨਾਂ ਨੇ ਵੀ ਆਹ ਕੌਣ ਹੈ, ਆਹ ਕਿੱਥੋਂ ਦੀ ਸ਼ਖਸੀਅਤ ਆ ਗਈ ਭਾਈ। ਇਹ ਕਹਿੰਦੀ ਮੈਂ ਆਪਣੀ ਮਾਂ ਬੋਲੀ 'ਚ ਬੋਲਦੀ, ਇੰਗਲਿਸ਼ ਬੜੀ ਵਧੀਆ ਬੋਲ ਸਕਦੀ ਹੈ, ਪਰ ਕਹਿੰਦੀ ਨਾ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਗੱਲਬਾਤ ਕਰਨੀ। ਔਰ ਪਹਿਲੀ ਵਾਰੀ ਰਿਕਾਰਡ ਦਰਜ ਹੋਇਆ। ਟੌਪ ਵੂਮਨ ਜਿਹੜੀਆਂ ਭਾਰਤ ਦੀਆਂ, ਉਹਨਾਂ ਦੇ ਵਿੱਚੋਂ ਪਹਿਲੇ ਵਾਰੀ ਆਏ, ਪਹਿਲੇ ਟੌਪ 10 ਦੇ ਵਿੱਚੋਂ, 100 ਟੌਪ ਵੂਮਨ ਦੇ ਵਿੱਚੋਂ ਉਹ ਔਰਤ ਸੀ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲੇ। ਪਤਾ ਨਹੀਂ ਕਿੰਨੇ ਕੁ ਅਵਾਰਡ ਨੇ, ਜੇ ਮੈਂ ਅਵਾਰਡ ਗਿਣਨ ਲੱਗਾ ਤਾਂ ਮੇਰਾ ਖਿਆਲ ਹੈ ਪੂਰਾ ਟਾਕ ਸ਼ੋ ਅਵਾਰਡ ਗਿਣਨ ਦੇ ਵਿੱਚ ਹੀ ਲੱਗ ਜਾਏਗਾ। ਮੈਂ ਪਿਛਲੀ ਵਾਰੀ ਜਦੋਂ ਘਰੇ ਗਿਆ, ਘਰੇ ਜਾ ਕੇ ਮੈਂ ਜਦੋਂ ਦੇਖਣ ਲੱਗਾ ਤੇ ਆਮ ਕਰਕੇ ਤੁਹਾਡੇ ਪਿੰਡ, ਆਪਣੇ ਘਰਾਂ 'ਚ ਨਾ ਪੇਟੀਆਂ ਹੁੰਦੀਆਂ ਸੀ ਪਹਿਲਾਂ। ਪੇਟੀਆਂ ਦੇ ਵਿੱਚ ਕੀ ਹੁੰਦਾ ਕਿ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੁੰਦੀਆਂ। ਜਿੰਨੀਆਂ ਮੈਂ ਪੇਟੀਆਂ ਵੇਖੀਆਂ, ਪੇਟੀਆਂ ਦੇ ਵਿੱਚ ਪਲੈਕ ਲੈ ਕੇ ਭਰੇ ਪਏ ਨੇ। ਮੈਂ ਕਿਹਾ ਇੰਨਾ ਦਾਜ ਕਾਹਦੇ ਵਾਸਤੇ ਰੱਖਿਆ ਸੰਭਾਲ ਕੇ, ਕੰਧਾਂ ਦੇ ਉੱਤੇ ਸਾਰਾ ਕੁਝ। ਸੋ ਅੱਜ ਉਹ ਸ਼ਖਸੀਅਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਕਾਲ ਤਖਤ ਵੱਲੋਂ, ਕਿਹੜੀ ਸੰਸਥਾ ਹੈ ਜਿਹਨੇ ਹੁਣ ਸਨਮਾਨ ਨਹੀਂ ਦਿੱਤਾ, ਉਹ ਹੈ ਪੰਜਾਬ ਦੀ ਬੱਬਰ ਸ਼ੇਰਨੀ ਔਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀ ਜਗਤ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ। ਹਾਂਜੀ ਭੈਣ ਜੀ, ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਸਵਾਗਤ ਹੈ ਜੀ। ਬਹੁਤ ਹੀ ਸਤਿਕਾਰ ਤੁਹਾਨੂੰ, ਧੰਨਵਾਦ ਭੈਣ ਜੀ। ਜੀ ਬਲਵਿੰਦਰ ਭੈਣ ਜੀ, ਤੁਹਾਡਾ ਵੀ, ਕੁਲਦੀਪ ਭਾਜੀ ਤੁਹਾਡਾ ਵੀ, ਤੇ ਸਾਂਝਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ। ਬਹੁਤ ਵਧੀਆ ਲੱਗਾ ਭੈਣ ਜੀ ਤੁਸੀਂ ਸਮਾਂ ਕੱਢਿਆ ਔਰ ਸਾਡੇ ਨਾਲ ਸਾਂਝ ਪਾਈ। ਅਕਸਰ ਅਸੀਂ ਤੁਹਾਨੂੰ ਸੁਣਦੇ ਰਹੀਦਾ, ਤੁਹਾਡੇ ਬਾਰੇ ਪੜ੍ਹਦੇ ਰਹੀਦਾ ਤੇ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਕੇ ਬਹੁਤ ਕੁਝ ਸਿੱਖਣ ਦਾ ਜਿਹੜਾ ਸਾਨੂੰ ਸੁਭਾਗ ਪ੍ਰਾਪਤ ਹੁੰਦਾ। ਪਰ ਤੁਹਾਨੂੰ, ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸੋਨੇ ਤੇ ਸੁਹਾਗਾ ਕਿ ਤੁਸੀਂ ਸਮਾਂ ਕੱਢਿਆ ਸਾਡੇ ਪਰਿਵਾਰਾਂ ਦੇ ਲਈ ਵੀ। ਸੋ ਜੀ ਆਇਆਂ ਨੂੰ ਜੀ ਸਾਂਝੇ ਟੀਵੀ ਦੇ ਪਲੇਟਫਾਰਮ ਤੇ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ। ਅੱਛਾ ਗੱਲ ਸੁਣੋ, ਡਾਕਟਰ ਦੀ ਡਿਊਟੀ ਹੁੰਦੀ ਹੈ ਕਿ ਹਸਪਤਾਲ ਜਾਣਾ, ਮਰੀਜ਼ਾਂ ਨੂੰ ਦੇਖਣਾ, ਕਿਉਂਕਿ ਤੁਸੀਂ ਬੱਚਿਆਂ ਦੇ ਸਪੈਸ਼ਲਿਸਟ ਹੋ। ਡਾਕਟਰ ਗੁਰਪਾਲ ਸਿੰਘ ਤੁਹਾਡੇ ਜਿਹੜੇ ਹਸਬੈਂਡ ਨੇ, ਉਹ ਇੰਟਰਨਲ ਮੈਡੀਸਨ ਦੇ ਬੜੇ ਆਲਾ ਡਾਕਟਰ ਨੇ। ਪਿੱਛੇ ਸੱਚ ਬੋਲਣਾ, ਕਿਉਂਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਸੱਚ ਬੋਲਣਾ ਜ਼ੁਰਮ ਹੈ। ਸਾਡੇ ਇੱਥੇ ਸੱਚ ਬੋਲਣ ਨੂੰ ਪਿਆਰ ਕਿਹਾ ਜਾਂਦਾ, ਸਤਿਕਾਰ ਦਿੱਤਾ ਜਾਂਦਾ ਹੈ। ਉਸ ਸੱਚ ਬੋਲਣ ਦੀ ਖਮਿਆਜਾ ਤੁਸੀਂ ਬੜਾ ਲੰਮਾ ਸਮਾਂ ਭੁਗਤੇ ਆ, ਅਦਾਲਤਾਂ ਦੇ ਵਿੱਚ ਜਾਣਾ ਪਿਆ, ਤੁਹਾਡੀਆਂ ਪ੍ਰਮੋਸ਼ਨਾਂ ਬਹੁਤ ਸਮਾਂ ਰੁਕੀਆਂ ਨੇ ਤੇ ਅੱਜ ਤੁਸੀਂ ਜਿੱਥੇ, ਕਿਉਂਕਿ ਪੰਜਾਬ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਇੱਕ ਐਸੀ ਸੰਸਥਾ ਹੈ ਜਿੱਥੇ ਪਹਿਲਿਆਂ ਦੇ ਵਿੱਚ ਜਿਹੜੇ ਡਾਕਟਰ ਸਨ, ਜਦੋਂ MBBS ਕਰਦੇ ਸਨ ਤੇ ਹਰੇਕ ਨੂੰ ਜ਼ਿਆਦਾਤਰ ਇਹ ਹੁੰਦਾ ਸੀ ਕਿ ਜਿਹੜਾ ਵਿਦਿਆਰਥੀ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਪੜ੍ਹਿਆ ਹੋਇਆ ਹੈ ਉਹ ਬੜਾ ਆਲਾ ਡਾਕਟਰ ਹੈ। ਔਰ ਉਸ ਹਸਪਤਾਲ ਦੇ ਵਿੱਚ ਤੁਹਾਨੂੰ ਬੱਚਿਆਂ ਨੂੰ ਡਾਕਟਰ ਪੜ੍ਹਾਉਣ ਦਾ ਐਸੋਸੀਏਟ ਪ੍ਰੋਫੈਸਰ ਮੌਕਾ ਮਿਲਦਾ ਹੈ। ਬਾਬਾ ਫਰੀਦ ਯੂਨੀਵਰਸਿਟੀ ਫੈਕਲਟੀ ਮੈਂਬਰ, ਯਾਨੀ ਕਿ ਜੇ ਮੈਂ ਗਿਣਨ ਲੱਗਾ ਤਾਂ ਬਹੁਤ ਲੰਮੀ ਵਾਰਤਾ ਹੋ ਜਾਂਦੀ ਹੈ। ਆਹ ਟੀਕੇ ਲਾਉਂਦੇ ਬੱਚਿਆਂ ਦੀਆਂ ਨਬਜ਼ਾਂ ਫੜਦੇ ਕੌਮ ਦੀ ਨਬਜ਼ ਫੜਨ ਦਾ ਚਾਅ ਕਦੋਂ ਪੈਦਾ ਹੋਇਆ? ਬਾਪੂ ਜੀ ਤੋਂ, ਨਾਨਾ ਜੀ ਤੋਂ, ਮਾਮਾ ਜੀ ਤੋਂ ਕਿ ਬੀਬੀ ਜੀ ਤੋਂ? ਜੀ ਸਾਂਝਾ ਤੁਹਾਡਾ ਦੇਖੋ ਟੀਵੀ ਹੈ ਤੇ ਸਾਂਝਾ ਹੀ ਉਹ ਮੇਰਾ, ਮੈਂ ਕਹਿ ਸਕਦੀ ਹਾਂ ਕਿ ਅਸਰ ਹੋਇਆ। ਪਰ ਜਦੋਂ ਬੜਾ ਮੈਂ ਕਰਖਤ ਜਿਹਾ ਸ਼ਬਦ ਵਰਤ ਰਹੀ ਹਾਂ ਕਿ ਜਦੋਂ ਦੁਲੱਤੀ ਵੱਜਦੀ ਹੈ ਨਾ, ਉਦੋਂ ਥੋੜਾ ਜ਼ਿਆਦਾ ਧਿਆਨ ਨਾਲ ਉੱਧਰ ਤੁਰਿਆ ਜਾਂਦਾ। ਜਦੋਂ ਸੁਖਾਲੀ ਜ਼ਿੰਦਗੀ ਜਾਪੇ ਉਦੋਂ ਖੜੇ ਰਹੀਦਾ। ਸੋ ਮੈਨੂੰ ਵਾਹਵਾ ਸੋਹਣੀਆਂ ਸਰਕਾਰੀ ਦੁਲੱਤੀਆਂ ਪਈਆਂ ਸੀ,
ਪਰ ਚਲੋ ਸ਼ੁਕਰ ਹੈ ਕਿ ਓੜਕ ਸੱਚ ਰਹੀ ਕਿ ਉਹਨਾਂ ਨੇ ਪੰਜਾਬੀ ਬੋਲਣ ਦੀ ਭਾਰੀ ਸਜ਼ਾ ਦਿੱਤੀ। ਯਾਨੀ ਜੇ ਮੈਂ ਆਪਣੀ ਜੀਵਨੀ ਲਿਖਾਂ ਤਾਂ ਮੈਂ ਬਸ ਇਹੀ ਲਿਖੀ ਜਾਊਂਗੀ ਜੀ, ਪਹਿਲਾਂ ਮੈਨੂੰ ਉਦੋਂ ਕੱਢਿਆ ਕਿ ਮੈਂ ਪੰਜਾਬੀ ਲਿਖੀ, ਫਿਰ ਮੈਂ ਉਦੋਂ ਕੱਢਿਆ ਕਿਉਂਕਿ ਮੈਂ ਸਾਰਾ ਕੁਝ ਮੁਫਤ ਵੰਡ ਰਹੀ ਸਾਂ, ਦਵਾਈਆਂ, ਵੀਲ ਚੇਅਰਸ, ਸਭ ਕੁਝ ਜਦੋਂ ਮੁਫਤ ਦੇ ਰਹੀ ਸਾਂ। ਮਰੀਜ਼ ਆਟੋਮੈਟਿਕਲੀ ਜ਼ਿਆਦਾ ਆਣੇ ਸੀ ਕਿ 400 ਲੋਕ ਆ ਰਹੇ ਸੀ, ਦੂਜੇ ਪਾਸੇ 20 ਜਾਂ 30 ਮਰੀਜ਼ ਸੀ, ਸਾੜਾ ਲੱਗਣਾ ਸੀ। ਫਿਰ ਮੇਰੀ ਕਿਉਂਕਿ ਪ੍ਰਮੋਸ਼ਨ ਨੂੰ ਰੋਕਿਆ ਗਿਆ ਸੀ, ਮੈਂ ਕੋਰਟ 'ਚ ਗਈ ਸੀ, ਸੋ ਉਹ ਗੁੱਸਾ ਵੀ ਸਕੱਤਰਾਂ ਦਾ ਕਾਫੀ ਤਗੜਾ ਸੀ। ਸੋ ਸਕੱਤਰ ਸਾਹਿਬਾਨ ਨੇ ਜਿੰਨਾ ਕੁ ਕਰ ਸਕਦੇ ਸਨ ਉਹ ਸਾਰਾ ਕੁਝ ਕੀਤਾ, ਪਰ ਸ਼ੁਕਰ ਹੈ ਕਿ ਸੈਸ਼ਨ ਜੱਜ ਤੱਕ ਦੀ ਇਨਕੁਆਇਰੀ ਵੀ ਹੋਈ, ਸਭ ਕੁਝ ਸਪਸ਼ਟ ਸਾਫ਼ ਹੋ ਗਿਆ ਕਿ ਕਿਵੇਂ ਧੱਕੋ ਜ਼ੋਰੀ ਉਹਨਾਂ ਨੇ ਬੰਦੇ ਤਿਆਰ ਕੀਤੇ ਖਿਲਾਫ ਮੇਰੇ ਦੇਣ ਦੇ। ਉਹ ਬੰਦਿਆਂ ਦੀ ਜ਼ਮੀਰ ਜਾਗ ਗਈ, ਉਹਨਾਂ ਨੇ ਐਫੀਡੇਵਿਟ ਦੇ ਦਿੱਤੇ ਕਿ ਸਾਨੂੰ ਧਮਕਾਇਆ ਗਿਆ ਸੀ। ਤੇ ਫਿਰ ਹੁਣ ਇਹ ਪ੍ਰਮੋਸ਼ਨ ਵੀ ਹੋਈ ਹੈ, ਮੇਰਾ ਸਾਰਾ ਚਾਰਜ ਵੀ ਵਾਪਸ ਆਇਆ ਤੇ ਸ਼ੁਕਰ ਹੈ ਹੁਣ ਆਪ ਹੀ ਉਹ ਮੰਨ ਗਏ ਨੇ ਕਿ ਬਹੁਤ ਵਧੀਆ। ਤੇ ਉਹਦੇ ਵਿੱਚ ਹੀ ਮੈਨੂੰ ਪ੍ਰੈਜ਼ੀਡੈਂਟ ਵੱਲੋਂ, ਵਾਈਸ ਪ੍ਰੈਜ਼ੀਡੈਂਟ ਵੱਲੋਂ ਤੇ ਹੁਣ ਫਿਰ ਯੂਥ ਅਫੇਅਰਸ ਮਿਨਿਸਟਰੀ ਵੱਲੋਂ ਹੁਣ ਫਿਰ ਆਨਰ ਦੇਣ ਲੱਗੇ ਨੇ। ਵਾਹ ਜੀ ਵਾਹ। ਜਿਹੜਾ ਯੂਥ ਮਿਨਿਸਟਰੀ ਵੱਲੋਂ ਰੀਸੈਂਟਲੀ ਤੁਹਾਨੂੰ ਸੱਦਾ ਆਇਆ ਹੈ, ਉਹ ਕਿਹੜੀ ਤਰੀਕ ਦਾ ਸੱਦਾ ਜਿੱਦਣ ਤੁਹਾਨੂੰ ਆਨਰ ਕੀਤਾ ਜਾ ਰਿਹਾ ਜੀ? ਮੇਰਾ ਖਿਆਲ ਹੈ ਪਹਿਲੇ ਔਰਤ ਹੋ ਤੁਸੀਂ ਡਾਕਟਰ ਜਿਨ੍ਹਾਂ ਨੂੰ ਇਹ ਸਨਮਾਨ ਮਿਲ ਰਿਹਾ ਜੀ। ਜੀ ਬਿਲਕੁਲ, ਹੁਣ ਤੱਕ 30 ਜਣਿਆਂ ਨੂੰ ਇਹ ਸਿਰਫ ਉਹਨਾਂ ਨੇ ਇਨਕਲੂਡ ਕੀਤਾ ਸੀ ਜਿਨ੍ਹਾਂ ਨੂੰ ਇਹ ਦੇ ਰਹੇ ਨੇ, ਜਿਹੜੇ ਕਿ ਜਿਨ੍ਹਾਂ ਨੂੰ ਰੂਬਰੂ ਕਰਵਾਉਂਦੇ ਨੇ ਉਹ ਫਿਰ ਸਾਰੇ ਜਿਹੜੇ ਟੌਪ ਮੋਸਟ ਕੰਟਰੀ ਦੇ ਹੋਣਗੇ, ਜਿਹੜੇ ਸਟੂਡੈਂਟਸ ਜਿਹੜੇ ਟੌਪਰਸ ਨੇ ਉਹਨਾਂ ਸਾਰਿਆਂ ਨਾਲ ਰੂਬਰੂ ਕਰਵਾਉਂਦੇ ਨੇ ਕਿ ਕਿਵੇਂ ਜ਼ਿੰਦਗੀ ਦਾ ਰਾਹ ਚੁਣੀਦਾ। ਸੋ ਉਹਦੇ ਤੇ ਹਾਲੇ ਤੱਕ ਸਾਰੇ ਪਦਮ ਵਿਭੂਸ਼ਣ ਜਿੰਨੇ ਬੰਦੇ ਉਹ ਸਾਰਿਆਂ ਨੂੰ ਕਰ ਰਹੇ ਸਨ, ਪਰ ਮੈਂ ਪਹਿਲੀ ਨਿਕੰਮੀ ਆ ਜਿਹਨੂੰ ਉਹਨਾਂ ਨੇ ਉਸ ਤੇ ਲੈ ਲਿਆ ਕਿ ਤੁਹਾਡਾ ਵੀ ਸੁਣਨਾ ਚਾਹੁੰਦੇ ਨੇ ਸਟੂਡੈਂਟਸ। ਸੋ ਚਾਹੁੰਦੇ ਨੇ ਦੱਸੋ ਕਿ ਜ਼ਮੀਨ ਤੋਂ ਮਿੱਟੀ ਤੋਂ ਖੜੇ ਹੋ ਕੇ ਕਿਵੇਂ ਇੱਥੇ ਪਹੁੰਚਿਆ ਜਾਂਦਾ ਹੈ। ਵਾਹ ਜੀ ਵਾਹ। ਅੱਛਾ, ਇੱਕ ਤੁਹਾਨੂੰ ਜਦੋਂ ਡਾਕਟਰ ਹਰਸ਼ਿੰਦਰ ਕੌਰ ਦਾ ਜ਼ਿਕਰ ਆਉਂਦਾ ਕਿਸੇ ਪਾਸੇ ਵੀ, ਤੁਸੀਂ ਗੂਗਲ ਤੇ ਸਰਚ ਕਰ ਲਓ, ਕਿਸੇ ਵੈਬਸਾਈਟ ਤੇ ਦੇਖ ਲਓ, ਕਿਸੇ YouTube ਤੇ ਦੇਖ ਲਓ, ਤੇ ਹਰਸ਼ਿੰਦਰ ਕੌਰ ਦਾ ਨਾਮ ਇਸ ਕਰਕੇ ਬੜਾ ਮਸ਼ਹੂਰ ਹੈ ਕਿਉਂਕਿ ਦੋ ਹੀ ਔਰਤਾਂ ਨੇ ਭਾਰਤ ਦੇ ਵਿੱਚ, ਇੱਕ ਤਾਂ ਕੋ ਨੰਨੀ ਛਾਂ ਦੇ ਨਾਲ ਜ਼ਿਕਰ ਕੀਤਾ ਜਾਂਦਾ ਹੈ ਜਿਹਨੇ ਔਰਤਾਂ ਨੂੰ, ਬੀਬੀਆਂ ਨੂੰ ਨਾਲ ਖੜ ਕੇ ਪੁਲਿਸ ਤੋਂ ਕੁਟਵਾਇਆ ਜ਼ਰੂਰ ਹੈ, ਉਹਨੂੰ ਨੰਨੀ ਛਾਂ ਕਹਿੰਦੇ ਆ। ਤੇ ਇੱਕ ਅਸਲ ਦੇ ਵਿੱਚ ਜਿਹੜੀ ਨੰਨੀ ਛਾਂ ਹੈ ਜਿਹਨੇ ਕੁੱਖ ਦੇ ਵਿੱਚ ਕਤਲ ਹੋ ਰਹੀਆਂ ਧੀਆਂ ਨੂੰ ਵੀ ਕਤਲ ਹੋਣ ਤੋਂ ਬਚਵਾਇਆ ਹੈ। ਇਹ ਦਿਮਾਗ ਦੇ ਵਿੱਚ ਕਿਵੇਂ ਪ੍ਰਵਿਰਤੀ ਆਈ ਤੁਹਾਡੇ? ਦਰਅਸਲ ਭਾਜੀ ਸ਼ਾਇਦ ਜਿਵੇਂ ਮੈਂ ਦੱਸਿਆ ਵੀ ਸੁਖਾਲੀ ਜ਼ਿੰਦਗੀ 'ਚ ਤੁਰਦੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿਸੇ ਹੋਰ ਦੀ ਦਰਦ, ਕਿਸੇ ਹੋਰ ਦੀ ਪੀੜ। ਮੈਂ ਇੱਕ ਸ਼ੁਰੂ ਤੋਂ ਜਿਵੇਂ ਪਾਪਾ ਜੀ ਪੜ੍ਹਾਉਂਦੇ ਹੁੰਦੇ ਸਨ, ਸਾਰੇ ਵਿਦਿਆਰਥੀਆਂ ਦੀਆਂ ਫੀਸਾਂ ਦਿੰਦੇ ਸਨ, ਜਿਹੜੇ ਗਰੀਬ ਨੇ ਉਹ ਸਾਡੇ ਘਰ ਰਹਿੰਦੇ ਵੀ ਸਨ, ਇੱਥੇ ਹੀ ਖਾਂਦੇ ਸਨ। ਸੋ ਸਾਰਾ ਇੱਕ ਤਰੀਕੇ ਮਾਹੌਲ ਇਸ ਤਰ੍ਹਾਂ ਦਾ ਸੀ। ਉਹੀ ਸੋਚ ਸੀ ਜਿਹੜੀ ਮੈਂ ਬਾਅਦ ਵਿੱਚ ਵਿਆਹ ਤੋਂ ਬਾਅਦ, ਕਿਉਂਕਿ ਮੇਰੇ ਪਤੀ ਡਾਕਟਰ ਗੁਰਪਾਲ ਸਿੰਘ ਦੀ ਵੀ ਉਹੀ ਸੋਚ ਸੀ, ਸੋ ਅਸੀਂ ਪਿੰਡਾਂ ਵਿੱਚ ਪ੍ਰੀ ਮੈਡੀਕਲ ਕੈਂਪ ਲਾਉਂਦੇ ਸਾਂ ਜੀ। ਸੋ ਇਸੇ ਤਰ੍ਹਾਂ ਲਾਉਂਦੇ ਇੱਕ ਦਿਨ ਅਸੀਂ ਪਿੰਡ ਦੇ ਬਾਹਰ ਹੱਡਾ ਰੋੜੀ ਹੁੰਦੀ ਹੈ ਜਿੱਥੇ ਜਾਨਵਰ ਮਰੇ ਹੋਏ ਸੁੱਟੇ ਹੁੰਦੇ ਨੇ। ਸੋ ਉਸ ਹੱਡਾ ਰੋੜੀ ਦੇ ਵਿੱਚੋਂ ਅਸੀਂ ਜਦੋਂ ਲੰਘਣ ਲੱਗੇ ਤਾਂ ਬੜੀਆਂ ਜ਼ੋਰਦਾਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਖਿਮਾ ਕਰਿਓ ਬਲਵਿੰਦਰ ਭੈਣ ਜੀ ਕਿ ਮੈਂ ਉਹ ਜੋ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ, ਮੇਰਾ ਹਰ ਵਾਰ ਆਪਣਾ ਹੀ ਦਿਲ ਭਰ ਜਾਂਦਾ ਹੈ। ਉਹ ਗੱਲ ਬੜੀ ਖੌਫਨਾਕ ਜਿਹੀ ਹੈ ਕਿਉਂਕਿ ਉੱਥੋਂ ਲੰਘਣ ਲੱਗਿਆ ਜਿਹੜੀਆਂ ਚੀਕਾਂ ਸੁਣ ਰਹੀਆਂ ਸੀ ਉੱਥੇ ਕੁੱਤੇ ਕੁਛ ਚੀਜ਼ ਪਾੜ ਰਹੇ ਸਨ। ਸਾਨੂੰ ਇੰਝ ਲੱਗਿਆ ਕਿ ਜਿਵੇਂ ਸ਼ਾਇਦ ਕੋਈ ਜਾਨਵਰ ਦਾ ਬੱਚਾ ਹੀ ਹੈ ਜਿਸਨੂੰ ਇਹ ਮਗਰ ਪਏ ਹੋਏ ਨੇ ਤੇ ਛਡਾ ਦਈਏ। ਤੇ ਜਦੋਂ ਨੇੜੇ ਗਏ ਤੇ ਸਾਡੇ ਅੱਗੋਂ ਹੀ ਲੰਘ ਕੇ ਜਦੋਂ ਦੌੜ ਕੇ ਤੁਰੇ, ਕੋਈ ਕੁੱਤੇ ਜਦੋਂ ਹਿੱਲੇ, ਉਹਨਾਂ ਦੇ ਇੱਕ ਦੇ ਮੂੰਹ 'ਚ ਬਾਂਹ ਸੀ ਅੱਧੀ ਜੀ ਫੜੀ ਹੋਈ, ਇੱਕ ਦੇ ਮੂੰਹ 'ਚ ਲੱਤ ਸੀ। ਤਾਂ ਜਦੋਂ ਨੇੜੇ ਹੋਏ ਉਹਦਾ ਸਿਰ ਫਟਿਆ ਪਿਆ ਸੀ, ਅੰਤੜੀਆਂ ਬਾਹਰ ਸੀ। ਇੰਨਾ ਖੌਫਨਾਕ ਨਜ਼ਾਰਾ ਸੀ, ਲਹੂ ਸਾਰੇ ਪਾਸੇ ਖਿਲ ਰਿਹਾ ਤੇ ਉਹ ਦਰਅਸਲ ਨਵ ਜੰਮੀ ਬੱਚੀ ਸੀ। ਵਾਓ, ਮੇਰਾ ਜ਼ਿੰਦਗੀ ਦਾ ਇਹ ਪਹਿਲੀ ਵਾਰ ਸੀ ਜੋ ਮੈਂ ਉਸ ਤਰ੍ਹਾਂ ਦਾ ਹਾਲ ਦੇਖਿਆ। ਸੱਚ ਜਾਣਿਓ ਮੈਂ ਬਿਲਕੁਲ ਹਿੱਲ ਗਈ ਸਾਂ, ਮੇਰਾ ਤਾਂ ਵਜੂਦ ਜਿਵੇਂ ਕੰਬ ਗਿਆ ਹੁੰਦਾ ਉੱਥੇ। ਪਹਿਲੀ ਵਾਰ ਚੀਜ਼ ਦੇਖੀ ਸੀ ਤੇ ਮੈਂ ਇਸ ਤਰ੍ਹਾਂ ਦੀ ਨਾ ਚੀਜ਼ ਸੁਣੀ ਸੀ ਨਾ ਪੜ੍ਹੀ ਸੀ। ਉਦੋਂ ਇਸ ਪਾਸੇ ਖਿਆਲ ਹੀ ਨਹੀਂ ਸੀ ਹੁੰਦਾ। ਸੋ ਮੈਂ ਜਦੋਂ ਪਿੰਡ 'ਚ ਅੰਦਰ ਗਏ, ਅਸੀਂ ਦਵਾਈਆਂ ਵਗੈਰਾ ਲੈ ਕੇ ਗਏ ਹੋਏ ਸਾਂ ਤੇ ਜਾ ਕੇ ਮੈਂ ਪੁੱਛਿਆ ਕਿ ਮੈਂ ਬੜੀ ਖੌਫਨਾਕ ਜਿਹੀ ਖਬਰ ਦੇਣਾ ਚਾਹੁੰਦੀ ਹਾਂ, ਪਤਾ ਨਹੀਂ ਕਿਸ ਦੀ ਧੀ ਸੀ ਪਿੰਡ 'ਚ ਕਿ ਬਾਹਰ
ਕਿਸੇ ਨੂੰ ਕੁੱਤਿਆਂ ਨੇ ਪਾੜ ਛੱਡਿਆ ਤੇ ਮੈਨੂੰ ਅੱਗੋਂ ਉਹਨਾਂ ਦਾ ਜੋ ਵਤੀਰਾ ਸੀ ਉਹ ਬਹੁਤ ਹੀ ਹੋਰ ਮਾੜਾ ਲੱਗਿਆ ਕਿ ਉਹਨਾਂ ਨੇ ਕਿਹਾ ਛੱਡੋ ਚਲੋ ਆਓ ਤੁਸੀਂ ਕੈਂਪ ਲਾਓ। ਤੁਸੀਂ ਸਮਝ ਸਕਦੇ ਹੋ ਕਿ ਇਹ ਵਤੀਰਾ ਜਦੋਂ ਇੱਕ ਬੰਦੇ ਦਾ ਸਾਰਾ ਕੁਝ ਵਜੂਦ ਹਿੱਲਿਆ ਪਿਆ ਹੋਵੇ ਤੇ ਅੱਗੋਂ ਇਸ ਤਰ੍ਹਾਂ ਦਾ ਜਵਾਬ ਦੇ। ਮੈਂ ਉਹਨਾਂ ਨੂੰ ਕਿਹਾ ਇਹ ਮੈਂ ਤੈਨੂੰ ਸੱਚ ਦੱਸ ਰਹੀ ਹਾਂ, ਕਿਸੇ ਕੁੜੀ ਨੂੰ ਬੜੀ ਬੁਰੀ ਤਰੀਕੇ ਕਿਸੇ ਬੇਟੀ ਨੂੰ ਪਾੜਿਆ ਗਿਆ, ਉੱਥੇ ਉਹਦੀ ਲਾਸ਼ ਪਈ ਹੈ, ਇਹ ਕਿਸ ਦੀ ਸੀ? ਸੋ ਮੈਨੂੰ ਉੱਥੇ ਹੀ ਲੋਕਾਂ ਨੇ ਦੱਸਿਆ ਕਿ ਇਹ ਕਿਸੇ ਗਰੀਬ ਦੀ ਧੀ ਸੀ, ਘਰ 'ਚ ਚੌਥੀ ਬੱਚੀ ਸੀ ਤੇ ਉਹਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਜੇ ਇਹਨੇ ਜੰਮੀ ਅੱਗੋਂ ਕੁੜੀ ਉਹਦੇ ਪਤੀ ਨੇ ਕਿਹਾ ਸੀ ਤਾਂ ਪਹਿਲੀਆਂ 3 ਧੀਆਂ ਸਮੇਤ ਤੈਨੂੰ ਵੀ ਬਾਹਰ ਕੱਢ ਦਿਆਂਗਾ। ਸੋ ਮਾਂ ਹੀ ਆਪ ਉੱਥੇ ਸੁੱਟ ਆਈ ਸੀ। ਪਰ ਮੈਂ ਉੱਥੇ ਖੜੀ ਕਿਸ ਕਰਕੇ ਮੇਰਾ ਇਹ ਜ਼ਿੰਦਗੀ ਉਸ ਪਾਸੇ ਨੂੰ ਤੋਰੀ ਕਿ ਮੈਂ ਆਪਣੇ ਘਰ ਵਿੱਚ ਚੌਥੀ ਕੁੜੀ ਆ, 5ਵਾਂ ਬੱਚਾ। ਇੰਜ ਮਹਿਸੂਸ ਹੋਇਆ ਜਿਵੇਂ ਉਹਨੂੰ ਨਹੀਂ ਉਹ ਕੁੱਤੇ ਮੈਨੂੰ ਪਾੜ ਕੇ ਹਟੇ ਹੋਣ। ਇੰਨੀ ਬੇਦਰਦ ਮੌਤ, ਇੰਨੀ ਖੌਫਨਾਕ ਭਿਆਨਕ ਮੌਤ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੈਨੂੰ ਇਸ ਤਰੀਕੇ ਪਾੜਿਆ ਜਾਵੇ। ਤੇ ਜੇ ਮੈਨੂੰ ਬਰਦਾਸ਼ਤ ਨਹੀਂ ਹੈ ਤਾਂ ਫਿਰ ਕਿਸੇ ਵੀ ਹੋਰ ਧੀ ਨੂੰ ਕਿਉਂ ਇਸ ਕਰਕੇ ਪਾੜਿਆ ਜਾਵੇ? ਸੋ ਮੇਰਾ ਉਹ ਜ਼ਿੰਦਗੀ ਦਾ ਪਹਿਲਾ ਤਜਰਬਾ ਸੀ। ਖੌਰੇ ਕਿਸ ਤਰੀਕੇ ਦਾ ਉੱਥੇ ਲੈਕਚਰ ਦਿੱਤਾ ਗਿਆ, ਮੈਂ ਉਸ ਤੋਂ ਪਹਿਲਾਂ ਲੈਕਚਰ ਕਦੇ ਦਿੱਤਾ ਹੀ ਨਹੀਂ ਸੀ। ਗੁੱਸੇ ਹੋਵਾਂਗੀ, ਕੁਝ ਦਰਦ ਹੋਏਗਾ ਕਿ ਭਾਈ ਇਹ ਕਸੂਰ ਔਰਤ ਦਾ ਸੀ ਨਹੀਂ, ਕੀ ਐਕਸ ਤੇ ਕੀ ਵਾਈ ਹੁੰਦਾ ਪਤਾ ਨਹੀਂ। ਉਹਨਾਂ ਨੂੰ ਉਦੋਂ ਕਿੰਨਾ ਕੁ ਸਮਝ ਆਇਆ ਹੋਣਾ, ਕਿੰਨਾ ਕੁ ਸੌਖੇ ਤਰੀਕੇ ਮੈਂ ਸਮਝਾ ਸਕੀ ਹੋਵਾਂਗੀ ਕਿ ਐਕਸ ਦੇ ਅਨੁਸਾਰ ਪਿਤਾ ਦੀ ਹੁੰਦੀ ਹੈ ਜ਼ਿੰਮੇਵਾਰੀ। ਕਿਉਂ ਆਖਰ ਕਿਉਂ ਇਹ ਸਜ਼ਾ ਮਾਂ ਨੂੰ ਜਾਂ ਧੀਆਂ ਨੂੰ ਦਿੱਤੀ ਜਾ ਰਹੀ? ਜੀ, ਇਹ ਸੰਖੇਪ ਦੇ ਵਿੱਚ ਮੈਂ ਸੁਣਨਾ ਚਾਹਾਂਗਾ ਕਿ ਬਹੁਤੇ ਮਾਪਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਪਰਿਵਾਰ ਦੇ ਵਿੱਚ ਜ਼ਿਆਦਾ ਲੜਕੀਆਂ ਹੁੰਦੀਆਂ ਨੇ ਤੇ ਦੁਰਕਾਰਿਆ ਜਾਂਦਾ ਹੈ ਉਸ ਔਰਤ ਨੂੰ ਜਿਹੜੀ ਲੜਕੀ ਪੈਦਾ ਕਰ ਰਹੀ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੜਕੀ ਪੈਦਾ ਹੋਣ ਦੇ ਵਿੱਚ ਲੜਕੀ ਦਾ ਨਹੀਂ ਬਲਕਿ ਉਹਦੇ ਹਸਬੈਂਡ ਦਾ ਕਸੂਰ ਹੈ ਜਿਹਦੇ ਕਰਕੇ ਇਹ ਲੜਕੀ ਪੈਦਾ ਹੋ ਰਹੀ ਹੈ। 2 ਮਿੰਟ ਮੈਂ ਤੁਹਾਡੇ ਲੈਣੇ ਚਾਹਾਂਗਾ ਸੰਖੇਪ ਦੇ ਵਿੱਚ ਕਿ ਇਹ ਮੈਡੀਕਲੀ ਕਿਵੇਂ ਸਿਸਟਮ ਕੰਮ ਕਰਦਾ ਹੈ। ਜੀ ਬਿਲਕੁਲ ਪਾਜੀ, ਮੈਂ ਦੋਵੇਂ ਹੱਥ ਜੋੜ, ਮੈਂ ਕਸੂਰ ਨਹੀਂ ਗਿਣਦੀ, ਮੈਂ ਮਰਦ ਦੀ ਜ਼ਿੰਮੇਵਾਰੀ ਗਿਣਦੀ ਆ। ਜਿਵੇਂ ਔਰਤ ਕਸੂਰਵਾਰ ਠਹਿਰਾ ਰਹੇ ਨੇ, ਮੈਂ ਨਹੀਂ ਚਾਹੁੰਦੀ ਕਿ ਅਸੀਂ ਪੁੱਠਾ ਕੇ ਮਰਦ ਨੂੰ ਕਸੂਰਵਾਰ ਠਹਿਰਾਵਾਂ। ਜ਼ਿੰਮੇਵਾਰੀ ਕੁਦਰਤ ਨੇ ਵੱਖੋ ਵੱਖ ਦਿੱਤੀ ਹੋਈ ਹੈ। ਇੱਕ ਔਰਤ ਦੇ ਜਿਸਮ ਵਿੱਚ 2 ਐਕਸ ਕ੍ਰੋਮੋਸੋਮ ਨੇ। ਮੈਂ ਦਰਅਸਲ ਇਸ ਕਰਕੇ ਉਹੀ ਤਰੀਕਾ ਵਰਤਣਾ ਚਾਹੁੰਦੀ ਹਾਂ ਜੋ ਮੈਨੂੰ ਯੂਨਾਈਟਿਡ ਨੇਸ਼ਨਸ 'ਚ ਉਹਨਾਂ ਨੇ ਸਨਮਾਨ ਕੀਤਾ ਸੀ, ਲੇਡੀ ਵਿਦ ਦੀ ਥ੍ਰੈਡਸ, ਕਿਉਂਕਿ ਮੈਂ ਧਾਗਿਆਂ ਨਾਲ ਉਸ ਤੋਂ ਬਾਅਦ ਸਮਝਾਇਆ ਕਰਦੀ ਸਾਂ ਪਿੰਡਾਂ ਵਿੱਚ। ਮੈਂ ਤੇ ਮੇਰੇ ਪਤੀ, ਤੇ ਹਾਸੇ ਦੀ ਗੱਲ ਇਹ ਹੈ ਕਿ ਮੇਰੇ ਪਤੀ ਦੇ ਵੱਲੋਂ ਸਮਝਾਇਆ ਔਰਤਾਂ ਜ਼ਿਆਦਾ ਸੌਖੀਆਂ ਸਮਝਦੀ ਸੀ ਤੇ ਮੇਰੀ ਗੱਲ ਬੰਦੇ ਜ਼ਿਆਦਾ ਸੁਣਦੇ ਸਨ। ਸੋ ਦੇਖੋ, ਇੱਕ ਔਰਤ ਦੇ ਜਿਸਮ ਵਿੱਚ 2 ਐਕਸ ਕ੍ਰੋਮੋਸੋਮ ਹੁੰਦੇ ਨੇ, ਇੱਕ ਮਰਦ ਦੇ ਜਿਸਮ ਵਿੱਚ ਇੱਕ ਐਕਸ ਤੇ ਵਾਈ। ਸੋ ਮੁੰਡਾ ਪੈਦਾ ਹੋਣਾ ਸਿਰਫ ਵਾਈ ਦੇ ਉੱਤੇ ਨਿਰਭਰ ਹੈ। ਮੈਂ ਸੌਖੇ ਤਰੀਕੇ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਤੁਹਾਨੂੰ ਮੈਂ ਇੱਕ ਮਿਸਾਲ ਲਵਾਂ ਕਿ ਤੁਸੀਂ ਤੇ ਤੁਹਾਡੀ ਜੇ ਪਤਨੀ ਹੋਣਗੇ ਤਾਂ ਤੁਹਾਡੇ ਸਰੀਰ ਵਿਚਲਾ ਐਕਸ ਕ੍ਰੋਮੋਸੋਮ ਤੁਹਾਡੇ ਵਾਈਫ ਦਾ, ਭੈਣ ਜੀ ਦਾ ਐਕਸ ਕ੍ਰੋਮੋਸੋਮ ਜੇ ਇਕੱਠੇ ਜੁੜਨਗੇ ਤਾਂ ਘਰ ਵਿੱਚ ਬੇਟੀ ਪੈਦਾ ਹੋਏਗੀ। ਪਰ ਜਦੋਂ ਤੁਹਾਡਾ ਵਾਈ ਕ੍ਰੋਮੋਸੋਮ ਅੱਗੇ ਆਏਗਾ, ਕਿਉਂਕਿ ਔਰਤ ਕੋਲ ਹਾਨੀ 2 ਐਕਸ ਕ੍ਰੋਮੋਸੋਮ, ਤਾਂ ਇਹਦਾ ਮਤਲਬ ਹੈ ਘਰ ਵਿੱਚ ਬੇਟਾ ਪੈਦਾ ਹੋਏਗਾ। ਹੁਣ ਰੱਤੀ ਧਿਆਨ ਨਾਲ ਸਮਝੋ, ਜਿਹੜੀ ਅਸਲ ਮਾਰ ਸਾਡੇ ਪੰਜਾਬੀਆਂ ਨੂੰ ਜਿੱਥੇ ਪੈ ਰਹੀ ਜੇ ਉਹ ਇਹ ਹੈ ਕਿ ਜਦੋਂ ਹੁਣ ਤੁਹਾਡੇ ਯਾਨੀ ਜਿਹੜਾ ਬੇਟਾ ਪੈਦਾ ਹੋਇਆ, ਇੰਨੀ ਕੁ ਸੌਖੀ ਗੱਲ ਹੈ ਕਿ ਉਹਦੇ ਚ ਵਾਈ ਤੁਹਾਡਾ ਆਇਆ ਤੇ ਮਦਰ ਵੱਲੋਂ ਐਕਸ ਆਇਆ। ਠੀਕ ਹੈ ਜੀ, ਇਹ ਤਾਂ ਸਪਸ਼ਟ ਹੈ, ਕਲੀਅਰ ਹੈ। ਹੁਣ ਤੇ ਅੱਗੋਂ ਜਦੋਂ ਬੇਟੀ ਪੈਦਾ ਹੋਣੀ ਹੈ ਤਾਂ ਇਹਦਾ ਮਤਲਬ ਹੈ ਉਹਦੇ ਅੰਦਰ ਜਿਹੜਾ ਇੱਕ ਐਕਸ ਕ੍ਰੋਮੋਸੋਮ ਸੀ ਆਪਣੀ ਮਾਂ ਵੱਲੋਂ ਆਇਆ, ਯਾਨੀ ਤੁਹਾਡੀ ਵਾਈਫ ਵੱਲੋਂ ਗਿਆ ਹੋਇਆ, ਉਹ ਐਕਸ ਕ੍ਰੋਮੋਸੋਮ ਅੱਗੇ ਜਾਏਗਾ ਤਾਂ ਬੇਟੀ, ਕਿਉਂਕਿ ਉਹਦੀ ਵੀ ਵਾਈਫ ਕੋਲ 2 ਐਕਸ ਹੀ ਨੇ, ਤਾਂ ਬੇਟੀ ਪੈਦਾ ਹੋਏਗੀ। ਤੇ ਜੇ ਅਸੀਂ ਬੇਟੀ ਪੈਦਾ ਨਹੀਂ ਕਰਾਂਗੇ ਤਾਂ ਮਤਲਬ ਹੈ ਸਿਰਫ ਵਾਈ ਕ੍ਰੋਮੋਸੋਮ ਤੁਹਾਡੇ ਬੇਟੇ ਦਾ ਤੁਰੇਗਾ। ਦੈਟ ਕਲੀਅਰਲੀ ਸੇਜ਼ ਕਿ ਜਿਹੜੀ ਤੁਹਾਡੀ ਵਾਈਫ ਦਾ ਕ੍ਰੋਮੋਸੋਮ ਐਕਸ ਸੀ ਉਹ ਖਤਮ ਹੋ ਗਿਆ, ਕਿਤੇ ਅੱਗੇ ਨਹੀਂ ਤੁਰਿਆ। ਉਹਦੇ ਨਾਲ ਜਿੰਨੇ ਕਰੈਕਟਰਿਸਟਿਕਸ ਉੱਥੇ ਜੁੜੇ ਹੋਏ ਸਨ, ਜਿੰਨੇ ਐਗਜ਼ਿਸਟ ਸਨ, ਉਹ ਹਮੇਸ਼ਾ ਲਈ ਖਤਮ ਹੋ ਗਏ। ਯਾਨੀ ਉਹ ਪੁਸ਼ਤ ਜਿਹੜੀ ਉਹਦੀ ਮਾਂ ਨਾਲ ਜੁੜੀ ਸੀ ਉਹ ਅੱਗੇ ਨਹੀਂ ਤੁਰੀ। ਤੇ ਜਿੰਨੀਆਂ ਵੀ ਮਮੀਜ਼ ਲੱਭੀਆਂ ਨੇ, ਪੁਰਾਣੀਆਂ ਲਾਸ਼ਾਂ ਲੱਭਦੀਆਂ ਨੇ, ਉਹਨਾਂ ਦਾ ਜੇ ਪਿਛੋਕੜ ਲੱਭਣਾ ਹੋਏ ਐਕਸ ਕ੍ਰੋਮੋਸੋਮ ਤੋਂ ਲੱਭਿਆ ਜਾਂਦਾ ਹੈ। ਯਾਨੀ ਸਾਡੀ ਕੌਮ ਖਾਤਮੇ ਵੱਲ ਚਾਲੇ ਪਾ ਦੇਵੇਗੀ ਜੇ ਅਸੀਂ ਐਕਸ ਕ੍ਰੋਮੋਸੋਮ ਨਾ ਸਾਂਭਿਆ, ਜੋ ਕਿ ਅਸੀਂ
112 ਲੱਖ ਧੀਆਂ ਜੋ ਦੱਸਿਆ ਜਾਂਦਾ ਕਿ ਅਸੀਂ ਕੁੱਖ ਵਿੱਚ ਜਾਂ ਜੰਮਣ ਬਾਅਦ ਮਾਰੀਆਂ, ਤਾਂ ਸਮਝ 112 ਲਓ ਲੱਖ 112 ਲੱਖ ਦਾ ਮਤਲਬ ਇਹ ਕਿ ਇੰਨੀਆਂ ਅਸੀਂ ਮਾਵਾਂ ਦੇ ਪਿਛਲੇ ਟੱਬਰਾਂ ਦੇ ਜੋ ਜੀਨ ਸਨ, ਉਹਨਾਂ ਦੇ ਐਗਜ਼ਿਬਿਟ ਸਨ, ਮੁਕਾ ਛੱਡੇ, ਖਤਮ ਕਰ ਦਿੱਤੇ। ਤਾਂ ਸਮਝੋ ਸਾਨੂੰ ਬਾਹਰੋਂ ਕਿਸੇ ਨੇ ਮਾਰਨ ਆਣਾ ਕਰਨਾ ਹੀ ਕੀ, ਅਸੀਂ ਤੇ ਆਪ ਹੀ ਆਪਣੇ ਜੜਾ ਵੱਢਣ ਨੂੰ ਤੁਰਿਆ। ਭੈਣ ਜੀ ਇੱਕ ਹੋਰ ਸਵਾਲ ਹੈ, ਜਦੋਂ ਤੁਸੀਂ ਤੇ ਭਾਜੀ ਹੁਣੀ ਜਾਂਦੇ ਸੀ, ਤੁਸੀਂ ਪਿੰਡਾਂ 'ਚ ਜਾ ਕੇ ਤੁਸੀਂ ਦੱਸਿਆ ਕਿ ਤੁਹਾਨੂੰ ਜ਼ਿਆਦਾ ਬੰਦੇ ਛੇਤੀ ਅੰਡਰਸਟੈਂਡ ਕਰਦੇ ਸੀ, ਲੋਕਾਂ ਦਾ ਕਿਵੇਂ ਦਾ ਰਿਐਕਸ਼ਨ ਹੁੰਦਾ ਸੀ? ਖਾਸ ਕਰਕੇ ਘਰ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ, ਜਿਵੇਂ ਸੱਸ ਹੋਈ ਜਾਂ ਨਨਾਣਾ ਹੋਈਆਂ, ਇਹਨਾਂ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਇਹ ਤਾਂ ਕੁੜੀਆਂ ਹੀ ਪੈਦਾ ਕਰਦੀ ਹੈ। ਸੋ ਜਦੋਂ ਤੁਸੀਂ ਇਹ ਸਾਰੀ ਗੱਲ ਸਮਝਾਉਂਦੇ ਸੀ, ਕਿੰਨਾ ਕੁ ਔਖਾ ਸੀ ਉਹਨਾਂ ਨੂੰ ਸਮਝਾਉਣਾ ਤੇ ਕਿਵੇਂ ਉਹ ਰਿਐਕਟ ਕਰਦੇ ਸੀ? ਦੇਖੋ ਜਿਹੜੀਆਂ ਪੁਸ਼ਤ ਦਰ ਪੁਸ਼ਤ, ਅਸੀਂ ਕਹਿ ਲਓ ਕਿ ਪੱਥਰ ਯੁੱਗ ਸਮੇਂ ਤੋਂ ਜੋ ਸਮਝਾਇਆ ਗਿਆ ਔਰਤ ਨੂੰ ਅਧੀਨਗੀ ਦਾ ਪਾਠ, ਕਿ ਤੂੰ ਪਹਿਲਾਂ ਜੰਮਦੇ ਸਾਰ ਤੂੰ ਪਿਤਾ ਦੇ ਅਧੀਨ ਹੈ, ਫਿਰ ਤੂੰ ਭਰਾ ਦੇ ਅਧੀਨ ਹੈ, ਫਿਰ ਪਤੀ ਦੇ ਅਧੀਨ ਹੈ, ਫਿਰ ਤੂੰ ਆਪਣੇ ਪੁੱਤਰ ਦੇ ਅਧੀਨ ਹੈ। ਯਾਨੀ ਅਧੀਨਗੀ ਦਾ ਪਾਠ ਅਸੀਂ ਹਮੇਸ਼ਾ ਤੋਂ ਸਿਖਾਇਆ ਹੈ ਔਰਤ ਨੂੰ। ਸੋ ਨਤੀਜਾ ਇਹ ਹੈ ਕਿ ਔਰਤ ਨੇ ਇਹ ਮੰਨ ਲਿਆ ਕਿ ਹਾਂ, ਮੇਰੀ ਸਮਾਜ ਵਿੱਚ ਇੱਜ਼ਤ ਤਾਂ ਹੀ ਹੋਣੀ ਹੈ ਜੇ ਮੈਂ ਪੁੱਤਰ ਨੂੰ ਜਨਮ ਦਿਆਂਗੀ, ਜੋ ਕਿ ਅਸੀਂ ਵੱਡੀ ਪੱਧਰ ਤੇ, ਕਿਉਂਕਿ ਉਹ ਪੁਸ਼ਤ ਦਰ ਪੁਸ਼ਤ ਸਿਖਾਇਆ, ਤਾਂ ਹਰ ਮਾਂ ਹਰ ਸੱਸ ਇੱਕੋ ਹੀ ਚੀਜ਼ ਤੇ ਅੜੀ ਹੈ ਵੀ ਭਾਈ ਤੂੰ ਜੇ ਆਪਣੀ ਬੁਢੇਪੇ ਦਾ ਸਹਾਰਾ ਬਣਾਉਣਾ ਤਾਂ ਫਿਰ ਪੁੱਤਰ ਜ਼ਰੂਰੀ ਹੈ, ਤੇ ਜੇ ਤੂੰ ਆਪ ਜ਼ਿੰਦਾ ਰਹਿਣਾ, ਇੱਜ਼ਤ ਪਾਣੀ ਹੈ ਸਮਾਜ ਚੋਂ, ਤਾਂ ਤੇਰੇ ਪਤੀ ਦਾ ਹੋਣਾ ਜ਼ਰੂਰੀ ਹੈ। ਯਾਨੀ ਅਸੀਂ ਉਹਨੂੰ ਅਧੀਨਗੀ ਦਾ ਪਾਠ ਪੜਾਇਆ। ਸੋ ਉਹ ਔਰਤ ਵੱਲੋਂ ਇੱਕ ਔਰਤ ਨੂੰ ਸੁਣਨਾ, ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ ਕਿ ਉਹ ਮੈਨੂੰ ਬਹੁਤਾ ਕੰਨ ਨਹੀਂ ਸਨ ਧਰਦੀਆਂ, ਪਰ ਬੰਦਿਆਂ ਨੂੰ ਇਸ ਕਰਕੇ ਇੰਟਰਸਟ ਹੁੰਦਾ ਸੀ ਕਿ ਉਹਨਾਂ ਨੂੰ ਇੰਨੀ ਕੁ ਗੱਲ ਸਮਝ ਆ ਜਾਂਦੀ ਸੀ ਕਿ ਵਾਈ ਕ੍ਰੋਮੋਸੋਮ ਦਾ ਮਤਲਬ ਹੈ ਕਿ ਜੇ ਮੈਂ 4 ਔਰਤਾਂ ਵੀ ਬਦਲ ਲਵਾਂਗਾ ਤਾਂ ਮੇਰਾ ਵਾਈ ਕ੍ਰੋਮੋਸੋਮ ਨਾ ਤੁਰਿਆ ਤਾਂ ਇਹਦਾ ਮਤਲਬ ਹੈ ਅੱਗੋਂ ਫਿਰ ਕੁੜੀਆਂ ਹੋਣਗੀਆਂ ਤਾਂ ਫਿਰ ਮੇਰੀ ਬਦਨਾਮੀ ਨਾ ਹੋ ਜੇ। ਤੁਸੀਂ ਹੱਸੋਗੇ ਕਿ ਮੈਨੂੰ ਇਸ ਤਰ੍ਹਾਂ ਦੇ ਫੋਨ ਆਣੇ ਉਹਨਾਂ ਵੀਰਾਂ ਵੱਲੋਂ ਕਿ ਮੇਰਾ ਵਾਈ ਕ੍ਰੋਮੋਸੋਮ ਤਗੜਾ ਕਰ ਦਿਓ, ਫਿਰ ਮੈਨੂੰ ਚਾਹੀਦਾ ਮੁੰਡਾ ਹੀ ਹੈ। ਯਾਨੀ ਇਹ ਮੈਨੂੰ ਉਹ ਇਸ ਕਰਕੇ ਸੁਣਦੇ ਸਨ ਔਰਤਾਂ, ਕਿਉਂਕਿ ਜਿਵੇਂ ਮੈਂ ਦੱਸਿਆ ਕਿ ਅਧੀਨਗੀ ਦਾ ਉਹਨਾਂ ਨੂੰ ਪਾਠ ਪੜਾਇਆ ਗਿਆ। ਸੋ ਪਿੰਡਾਂ ਔਰਤਾਂ ਬੜੇ ਧਿਆਨ ਨਾਲ ਉਹਨਾਂ ਨੂੰ ਸੁਣਦੀਆਂ ਸਨ ਕਿ ਅੱਛਾ, ਇਹਦਾ ਮਤਲਬ ਹੈ ਕਿ ਔਰਤ ਵੀ ਖੜੀ ਹੋ ਸਕਦੀ ਹੈ, ਔਰਤ ਵੀ ਤਗੜੀ ਹੋ ਸਕਦੀ ਹੈ। ਯਾਨੀ ਸਾਡੀ ਸ਼ੁਰੂਆਤੀ ਦੌਰ ਵਿੱਚ ਤਾਂ ਔਰਤਾਂ ਹੀ ਆ ਕੇ ਜਾਂ ਬੰਦੇ ਉਸ ਪਿੰਡ ਦੇ ਮੇਰੇ ਪਤੀ ਨੂੰ ਲਾਹਨਤਾਂ ਪਾਉਂਦੇ ਸਨ ਕਿ ਤੂੰ ਉਹ ਘਰ ਵਾਲੀ ਘਰ ਨਹੀਂ ਸਾਂਭ ਸਕਦਾ, ਕਿਉਂ ਇਹਨੂੰ ਬਾਹਰ ਤੋਰਿਆ ਹੋਇਆ, ਕਿਸ ਕਰਕੇ ਨਿਕਲੀ, ਇਹਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖੋ। ਸੋ ਇਹ ਸੋਚ ਤੋਂ ਅਸੀਂ ਨਿਕਲੇ, ਜਿੱਥੇ ਹੁਣ ਪਿੰਡਾਂ ਦੇ ਪਿੰਡ ਸਗੋਂ ਬੁਲਾਉਂਦੇ ਸਨ, ਯਾਨੀ ਇੱਕ ਪਾਸੇ ਧੱਕੇ ਮਾਰਦੇ ਸਨ ਕਿ ਹਾਂ ਜੀ ਅਸੀਂ ਕੁੜੀ ਮਾਰੀ ਹੈ। ਤੁਸੀਂ ਮੰਨੋਗੇ ਨਹੀਂ, ਮੈਂ ਆਪ ਆਪਣੀ ਅੱਖੀਂ ਦੇਖਿਆ, ਪਿੰਡ 'ਚ ਲੋਕ ਬੁਲਾ ਕੇ ਖੂਹ ਦਿਖਾਇਆ ਕਰਦੇ ਸਨ। ਆਹ ਦੇਖੋ ਦਰਵਾਜ਼ੇ ਦੇ ਨਾਲ ਦਿਖਦਾ, ਇਹਦੇ ਵਿੱਚ ਅਸੀਂ ਪਹਿਲੀ ਜੰਮੀ ਕੁੜੀ 50 ਸਾਲਾਂ ਨੂੰ ਸੁੱਟ ਰਹੇ ਆ, ਉਹਦੇ ਵਿੱਚ ਅਸੀਂ ਉੱਤੇ ਭੂਸਾ ਪਾ ਦਿੰਨੇ ਆ, ਤੇ ਇੰਨੇ ਸ਼ੌਕ ਨਾਲ ਦਿਖਾਉਂਦੇ ਸਨ। ਜਿੱਥੇ ਹੁਣ ਕੋਈ ਆਵਾਜ਼ ਵੀ ਨਹੀਂ ਕੱਢਦਾ ਕਿ ਅਸੀਂ ਕੁੜੀ ਮਾਰੀ, ਉਹ ਭਾਵੇਂ ਝਾੜੀਆਂ ਥੱਲੇ ਸੁੱਟ ਆਣ ਜਾਂ ਕੂੜੇ ਦੇ ਢੇਰ ਤੇ ਅੱਜ ਵੀ ਸੁੱਟ ਰਹੇ ਨੇ, ਪਰ ਹੁਣ ਓਪਨਲੀ, ਕਿਉਂਕਿ ਮੀਡੀਆ ਬਹੁਤ ਐਕਟਿਵ ਹੋ ਚੁੱਕਾ ਹੈ ਤੇ ਇਸ ਕਰਕੇ ਇਹ ਆਵਾਜ਼ ਬੰਦ ਹੋਈ ਹੈ। ਪਰ ਬਹੁਤ ਔਖਾ ਹੁੰਦਾ ਜੇ ਜਦੋਂ ਇੱਕ ਡਾਕਟਰ, ਭੈਣ ਜੀ ਤੁਸੀਂ ਸਮਝੋ ਕਿ ਮੈਂ ਕਮਾਈ ਕਰਨ ਬੈਠੀ ਏਸੀ ਕਮਰਿਆਂ 'ਚ ਆਪਣਾ ਮਲਟੀ ਸਟੋਰੀਡ ਹਸਪੀਟਲ ਬਣਾ ਕੇ ਬਹੁਤ ਵਧੀਆ ਗੁਜ਼ਾਰ ਸਕਦੀ ਸੀ ਜ਼ਿੰਦਗੀ। ਜਦੋਂ ਤੁਸੀਂ ਪਿੰਡਾਂ 'ਚ ਧੱਕੇ ਖਾਣ ਜਾਂਦੇ ਹੋ, ਮੈਂ ਧੱਕੇ ਸ਼ਬਦ ਜਾਣ ਕੇ ਕਿਹਾ ਕਿ ਸ਼ੁਰੂ ਵਿੱਚ ਜਿਵੇਂ ਲੋਕ ਦਰਵਾਜ਼ੇ ਸਾਡੇ ਮੂੰਹ ਤੇ ਬੰਦ ਕਰ ਦਿੰਦੇ ਸਨ, ਅਸੀਂ ਭਰੀ ਦੁਪਹਿਰ ਗਰਮੀਆਂ ਦੇ ਵਿੱਚ ਸਕੂਟਰ ਤੇ ਦੋਨਾਂ ਨੇ ਜਾਣਾ, ਉਹਨਾਂ ਨੂੰ ਦੱਸਣਾ, ਦਵਾਈਆਂ ਦੇਣੀਆਂ, ਤੇ ਫਿਰ ਉਸ ਤੋਂ ਬਾਅਦ ਇਹ ਸਮਝਾਣੀ ਗੱਲ, ਤਾਂ ਵੀ ਲੋਕ ਦਰਵਾਜ਼ੇ ਬੰਦ ਕਰ ਦਿੰਦੇ ਸਨ। ਯਾਨੀ ਉੱਥੋਂ ਸ਼ੁਰੂ ਹੋਈ। ਅੱਜ ਲੋਕ ਆਵਾਜ਼ਾਂ ਮਾਰਦੇ ਨੇ, ਆਓ ਸਾਡੇ ਪਿੰਡ ਵਿੱਚ ਸਾਨੂੰ ਦੱਸ ਕੇ ਜਾਓ। ਸੋ ਇਹ ਗੱਲ ਹੋਈ ਹੈ ਕਿ ਰਸਤਿਆਂ ਵਿੱਚ ਜੋ ਪਾਪਾ ਜੀ ਦੱਸਦੇ ਸਨ, ਰੋੜੇ ਬਹੁਤ ਆਉਂਦੇ ਨੇ, ਠੇਡੇ ਲੱਗਣਗੇ, ਜੇ ਤੁਰੀ ਜਾਓਗੇ ਤਾਂ ਫਿਰ ਤੁਸੀਂ ਇੱਕ ਬ੍ਰਿਜ ਬਣਾ ਸਕਦੇ ਹੋ ਉਹਨਾਂ ਦੇ ਦਿਲਾਂ ਤੱਕ ਜਾਣ ਦਾ। ਅੱਛਾ, ਜਿੱਥੇ ਤੁਸੀਂ ਰਹਿ ਰਹੇ ਹੋ, ਜਿਹੜੇ ਮੁਲਕ ਦੇ ਵਿੱਚ, ਉੱਥੇ ਅੱਜ ਕੱਲ੍ਹ ਬੜਾ ਨਾਰਾ ਬੁਲੰਦਾ ਹੈ, ਬੇਟੀ ਪੜਾਓ ਦੇਸ਼ ਬਚਾਓ। ਅੱਜ ਕੱਲ੍ਹ ਬਕਾਇਦਾ ਤੇ ਪਤਾ ਲੱਗਾ ਹੈ ਕਿ ਡਟ ਕੇ ਪਹਿਰਾ ਦਿੱਤਾ ਜਾ ਰਿਹਾ ਕਿ ਇਹਦੇ ਉਲਟ ਹੋ ਰਿਹਾ ਸਾਰਾ ਕੰਮ, ਕਿਉਂਕਿ ਹਾਥਰਸ ਦਾ ਜਿਹੜਾ ਕੇਸ ਹੈ, ਇਸ ਤੋਂ ਨਿਰਭੈ ਕਾਂਡ ਤੋਂ ਬਾਅਦ ਭਾਵੇਂ ਕਾਨੂੰਨ ਬੜਾ ਸਖਤ ਹੋ ਗਿਆ ਸੀ, ਪਰ ਉੱਥੇ ਰੇਪ, ਖਾਸ ਕਰਕੇ ਨੀਵੀਂ ਜਾਤੀ ਦੀਆਂ ਬੱਚੀਆਂ ਦੇ ਜਿਹੜੇ ਰੇਪ ਨੇ, ਉਹ ਦਿਨੋਂ ਦਿਨ ਵੱਧ ਰਹੇ ਨੇ।
ਖਾਸ ਕਰਕੇ ਹੁਣ ਹਾਥਰਸ ਦਾ ਜਿਹੜਾ ਕੇਸ ਹੈ ਉਹਨੇ ਇੱਕ ਵਾਰੀ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੀ ਅੰਕੜੇ ਕਹਿੰਦੇ ਨੇ ਇਕੱਲੇ ਭਾਰਤ ਦੇ ਨਹੀਂ ਬਲਕਿ ਦੁਨੀਆ ਭਰ ਦੇ, ਕਿਉਂਕਿ ਕੁਝ ਮੀਡੀਆ ਕਹਿ ਰਿਹਾ ਕਿ ਭਾਰਤ ਦੇ ਵਿੱਚ ਰੇਪ ਜ਼ਿਆਦਾ ਹੋ ਰਹੇ ਨੇ, ਜਦੋਂ ਹੋਰ ਮੁਲਕਾਂ ਦੇ ਅੰਕੜੇ ਦੇਖਦੇ ਆ ਤਾਂ ਰੇਪ ਤਾਂ ਉੱਥੇ ਵੀ ਹੋ ਰਹੇ ਨੇ। ਇਹਦੇ ਬਾਬਤ ਤੁਹਾਡਾ ਕੀ ਪ੍ਰਤੀਕਰਮ ਹੈ, ਕੀ ਸੋਚਦੇ ਹੋ ਇੱਕ ਸੋਸ਼ਲਿਸਟ ਹੋਣ ਦੇ ਨਾਤੇ? ਜੀ ਦੇਖੋ, ਮੈਂ ਸਹਿਮਤ ਹਾਂ ਕਿ ਹਾਥਰਸ ਵਿੱਚ ਇੱਕ ਨਹੀਂ ਉਸ ਦਿਨ 4 ਕੇਸ ਜੋ ਸਾਡੇ ਸਾਹਮਣੇ ਆਏ, ਜਿੱਥੇ ਇੱਕ ਤਾਂ ਸਾਡੇ ਸਭ ਸਾਹਮਣੇ ਮਨੀਸ਼ਾ ਦਾ ਜੋ ਆਪਾਂ ਸਭ ਨੂੰ ਪਤਾ ਹੀ ਹੈ ਜੋ ਹਾਲ ਹੋਇਆ, ਉਸ ਤੋਂ ਬਾਅਦ ਉਹਦਾ ਸਿਵਾ ਵੀ ਨਹੀਂ ਸੀ ਠੰਡਾ ਹੋਇਆ। ਬਲਰਾਮਪੁਰੇ ਵਿੱਚ ਇੱਕ 22 ਸਾਲਾ ਦਲਿਤ ਬੱਚੀ ਜੋ ਕਿ ਸਕੂਲ ਵਿੱਚ ਫੀਸ ਭਰਾਉਣ ਜਾ ਰਹੀ ਸੀ 11 ਵਜੇ, ਉਸ ਦਾ ਵੀ ਬਲਾਤਕਾਰ ਹੋਇਆ। ਮੇਰੇ ਕੋਲ ਅਖਬਾਰ ਪਈ ਹੈ ਜਿਹਦੇ ਚ ਲਿਖਿਆ ਉਸੇ ਦਿਨ ਇੱਕ ਹੋਰ 6 ਸਾਲਾ ਬੱਚੀ ਦਾ ਜ਼ਬਰ ਜਨਾਹ ਹੋਇਆ, ਜਿਹੜਾ 6 ਸਾਲਾਂ ਦਾ ਸਮੂਹਕ ਜ਼ਬਰ ਜਨਾਹ ਜਿਹੜੀ ਯਾਨੀ ਹੋਇਆ ਉਸੇ ਦਿਨ ਪਰ ਉਹਦੀ ਮੌਤ ਕੱਲ ਹੋਈ ਹੈ। ਤੇ ਉਸੇ ਹੀ ਦਿਨ ਇੱਕ ਹੋਰ ਬੱਚੀ 14 ਵਰਿਆਂ ਦੀ ਜਿਹੜੀ 11 ਵਜੇ, ਕਿਉਂਕਿ ਉੱਥੇ ਘਰਾਂ ਵਿੱਚ ਗੁਸਲਖਾਨੇ ਨਹੀਂ, ਖੇਤ ਗਈ ਸੀ, ਤਾਂ ਉੱਥੇ ਵੀ ਉਹਦਾ ਸਮੂਹਕ ਬਲਾਤਕਾਰ ਹੋਇਆ ਤੇ ਉੱਥੇ ਹੀ ਗਲਾ ਘੁੱਟ ਕੇ ਮਾਰ ਦਿੱਤੀ ਗਈ। ਇੱਕੋ ਹੀ ਦਿਨ ਦੇ ਇਹ ਬਾਕਮਾਲ ਅਸੀਂ ਕਰ ਰਹੇ ਹਾਂ, ਜਿਹਦੇ ਉੱਤੇ ਵੱਡੀ ਅਖਬਾਰ ਦੀ ਸੁਰਖੀ ਸੀ ਉਹਨਾਂ ਦੇ ਯੂਪੀ ਦੇ ਚੀਫ ਮਿਨਿਸਟਰ ਦੀ ਜੀ, तो कहते ने कि मेरे कोल वो भी अखबार पई है, हैडलाइन जे साडा काम गावां नूं बचाउणा है, लड़कियां नूं नहीं। ते कमाल इस खबर थल्ले शाबाशे मीडिया दे के उन्होंने खबर उजागर करन लग्या जिगरा विखाया, थल्ले लिखिया उस जिधर देखो हवस दे जल्लाद बैठे ने, संभाल लो धीआं नूं मुल्क चलाउण वाले बे औलाद बैठे। यानी ये साडा हाल जे, जिथे मैं कुछ हद तक इस तो पहला कि मैं दूसरे मुल्कां दे अंकड़े दसां कुछ लामता पाउणा चाहनी हां, क्योंकि तुहाडे वर्गे जिगरे रखण वाले मीडिया दे सारे लोग नहीं हन। बहुत वड्डा मीडिया, खिमा करियो, इस वेले किसे होर रंग विच रंगिया गया जी, भी गया, जिन्हां नूं चीकां सुणदियां ने केरल दीयां हथनी दीयां बहुत वड्डियां खबरां उजागर करदे ने। सुशांत दी मौत पूरा मुल्क जकड़ के बैठी है, कंगना दा दफ्तर टुटिया साडा नैशनल मुद्दा है, दीपिका वो भी साडा नैशनल मुद्दा है। पर गल यह है कि नाबालग दियां चीकां क्यों उत्थे दफन हो जांदियां ने, क्यों ये वड्डी पद्धर ते नहीं उजागर कीता जांदा, क्यों आखिर क्यों जेड़े उन्हां दे बलात्कारी ने उन्हां दी सपोर्ट विच सारे क्यों आखिर आ रहे ने। ते फिर गल मोटी यह है कि सियासतदानां दे जो किसानां लई बहाए ने मगरमच्छ ते हंझू, वो भी साडा नैशनल मुद्दा है। ते पूरा दिन खबरां दिखाईयां जांदियां ने कि 2 करोड़ दियां कारां विच किसानां दे मूहरे लग के मीडिया नूं हत्थ हिलाया। इह किड्डी वड्डी खबर है कि सारा दिन वो हत्थ हिलांदा दिखाई जाना। यानी ये सारियां दियां सारियां जो चीकां ने, जो दर्द ने, सब दफन हो गए सिर्फ इस पिछे कि मीडिया का कुछ हिस्सा विक गया, विकाऊ हो गया, किसी होर रंग विच रंगिया गया जी। पर आखिर मैं एक सवाल मोटा पूछना चाहनी हां कि ये गावां दे राखे अखवाउण वालियां अगे धर्म क्यों गोडे टेक के बह गया? आखिर क्यों धीआं लई नरक भोगण दा हुक्म जारी हो गया? क्यों आखिर ये जिस दी वड्डी जीभ, जिस दी तोड़ीए धौण, जिस दी भन्न दित्ती है रीढ़ दी हड्डी, ये मनीषा नहीं सी। सच जानियो मनीषा नहीं सी, ये लोकतंत्र दी, कानून दी, न्याय दी, संविधान दी ते इंसानियत दी, इन्हां सबना दा समूहक बलात्कार होया सी। इन्हां दी धौण तोड़ी गई सी क्योंकि उस समय ये मीडिया ने ये खबर कुछ हिस्सियां ने बहुत वड्डी तरीके इन्हूं चुकिया पर बाकियां ने दफन कर दिता। सो मैं जेडे अंकड़े अंतरराष्ट्रीय दसना चाहनी हां जी। आयरलैंड दे मेरे कोल मैडिकल जर्नल ने, मैं ਉਹਦੇ ਵਿਚਲੇ अंकड़े सिर्फ ਤੁਹਾਡੇ ਨਾਲ ਸਾਂਝੇ ਕਰਾਂਗੀ। कुछ यूएन ਵੱਲੋਂ ਰਿਲੀਜ਼ ਹੋਏ अंकड़े ने कि जिन्हां ने हार्वर्ड यूनिवर्सिटी ने पेपर छापया जिस च लिखिया कोरोना दौरान एक दूजी महामारी चल रही सी, यानी एक केट सी महामारी कोरोना दौरान। जरा आयरलैंड तो शुरू करते हैं जिन्हां ने रेप क्राइसिस नेटवर्क शुरू कर दिता है। ਉਹਦੀ ਰਿਪੋर्ट जनतक कीती है कि काउंसलिंग लई पहुंच रही औरतां ते बच्चियां दी गिणती विच 98% वाधा होया, 98%। यानी 2% ने जड़ियां ने, ये आयरलैंड दी रिपोर्ट है।
ਉਹਨਾਂ ਨੇ ਕਿਹਾ ਕਿ ਸ਼ੁਰੂਆਤੀ 4 ਮਹੀਨਿਆਂ ਵਿੱਚ 4000 ਔਰਤਾਂ ਨੇ ਫੋਨ ਰਾਹੀਂ ਆਪਣੇ ਹਾਲਾਤ ਬਾਰੇ ਦੱਸਿਆ ਕਿ ਉਹਨਾਂ ਨਾਲ ਸਰੀਰਕ ਸ਼ੋਸ਼ਣ ਵੀ ਹੋਇਆ, ਮਾਰ ਕੁਟਾਈ ਵੀ ਹੋਈ ਹੈ, ਉਹਨਾਂ ਦੀਆਂ ਬੱਚੀਆਂ ਨਾਲ ਵੀ ਭੱਦੀ ਛੇੜਛਾੜ ਹੋਈ ਹੈ, ਜੋ ਕਿ 23% ਵੱਧ ਸੀ ਪਹਿਲਾਂ ਨਾਲੋਂ। 6 ਰੇਪ ਕ੍ਰਾਈਸਿਸ ਸੈਂਟਰਾਂ ਤੋਂ ਜਿਹੜੀਆਂ ਰਿਪੋਰਟ ਸੀ ਉਹ ਦੱਸਦੇ ਨੇ ਕਿ ਉਹਦੇ ਅਕੋਰਡਿੰਗਲੀ 4734 ਉਹਨਾਂ ਨੇ ਸੈਸ਼ਨ ਸ਼ੁਰੂ ਕਰਨੇ ਪਏ ਉਹਨਾਂ ਨੂੰ, ਜੋ ਕਿ ਇਹ ਸਾਰੀਆਂ ਔਰਤਾਂ ਨੂੰ, ਕਿਉਂਕਿ ਕਵਰ ਅਪ ਹੀ ਨਹੀਂ ਸੀ ਕੀਤਾ ਜਾ ਸਕਦਾ, ਤੇ ਇਸ ਗਿਣਤੀ ਵਿੱਚ ਸਿਰਫ 2 ਮਹੀਨਿਆਂ ਵਿੱਚ 83% ਵਾਧਾ ਦਿਸਿਆ। ਇਹ ਸਿਰਫ ਮੈਂ ਤੁਹਾਨੂੰ ਕੱਲੀ ਇਸ ਆਇਰਲੈਂਡ ਦੀ ਗੱਲ ਦੱਸ ਰਹੀ ਹਾਂ, ਜਿਹਦੇ ਵਿੱਚ ਉਹਨਾਂ ਨੇ 12 ਤੋਂ 16 ਸਾਲ ਦੀਆਂ ਬੱਚੀਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਵੀ ਘਰੇਲੂ ਹਿੰਸਾ, ਬਲਾਤਕਾਰ, ਇਹ ਸਭ ਦਾ ਸਾਹਮਣਾ ਕਰਨਾ ਪਿਆ, ਕੱਲਾ ਆਇਰਲੈਂਡ ਦਾ। 12 ਤੋਂ 16 ਸਾਲ ਦੀ ਜੀ ਸਿਰਫ ਇੱਕ ਦਾ। UN ਦੇ ਅੰਕੜੇ ਮੇਰਾ ਖਿਆਲ ਹੈ ਸਭ ਨੂੰ ਸਪਸ਼ਟ ਕਰ ਦੇਣਗੇ, ਜਿਹੜੇ ਯੂਨਾਈਟਿਡ ਨੇਸ਼ਨਸ ਫਾਰ ਪੋਪੂਲੇਸ਼ਨ ਐਕਟੀਵਿਟੀਜ਼ ਦੇ ਉਹਨਾਂ ਦੇ ਫੰਡਸ ਅਨੁਸਾਰ ਉਹਨਾਂ ਨੇ ਲਿਖਿਆ ਕਿ ਇਸ ਜੋ ਸਿਰਫ ਪਹਿਲੇ 3 ਮਹੀਨੇ ਜੋ ਇਹ ਹੋਇਆ ਸੀ ਕਰੋਨਾ ਟਾਈਮ, ਜੋ ਸ਼ਟਡਾਊਨ ਹੋਇਆ ਸੀ, ਉਸ ਲੋਕਡਾਊਨ ਵਿੱਚ 1,50,00,000 ਔਰਤਾਂ ਤੇ ਬੱਚੀਆਂ ਜ਼ੁਲਮ ਦਾ ਸ਼ਿਕਾਰ ਹੋਈਆਂ। ਇਹ UN ਦੇ ਅੰਕੜੇ ਨੇ, ਜਿਨ੍ਹਾਂ ਵਿੱਚੋਂ ਜਿਹੜੀਆਂ ਡਿਵੈਲਪਡ ਕੰਟਰੀਜ਼ ਦੀਆਂ ਬਹੁਤ ਵੱਡੀ ਗਿਣਤੀ ਔਰਤਾਂ ਦੀ ਜ਼ਬਾਨ ਦੱਬ ਦਿੱਤੀ ਗਈ। ਉਹ ਅੰਕੜੇ ਸਾਹਮਣੇ ਨਹੀਂ ਆਏ, ਤੇ ਇਹਦੇ ਵਿੱਚ ਹੀ ਉਹਨਾਂ ਲਿਖਿਆ ਜਿਹੜਾ 1,50,00,000 ਵਿੱਚੋਂ 1,30,00,000 ਨੂੰ ਨਿਆਂ ਨਹੀਂ ਮਿਲਣ ਲੱਗਾ, ਜਿਨ੍ਹਾਂ 'ਚ ਵੱਡੀ ਗਿਣਤੀ ਡਿਵੈਲਪਿੰਗ ਕੰਟਰੀਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਤੇ ਉਹਦੇ ਵਿੱਚ ਵੀ ਅੱਗੋਂ ਕਹਿ ਰਹੇ ਨੇ ਕਿ ਲਗਭਗ 3,25,000 ਔਰਤਾਂ ਤੇ ਬੱਚੀਆਂ ਗਰਭਵਤੀ ਹੋਣਗੀਆਂ, ਜਿਨ੍ਹਾਂ 'ਚੋਂ ਲਗਭਗ 80% ਦੇ ਗਰਭ ਡੇਗੇ ਵੀ ਜਾਣਗੇ, ਕੁਝ ਸੁੱਟੇ ਜਾਣਗੇ, ਤੇ ਉਹਨਾਂ ਦੇ ਦੌਰਾਨ ਬਹੁਤ ਸਾਰੀਆਂ ਮਾਵਾਂ ਦੀਆਂ ਮੌਤਾਂ ਵੀ ਹੋ ਸਕਦੀਆਂ ਨੇ। ਜ਼ਰਾ ਫਰਾਂਸ ਵੱਲ ਜਾਂ ਹੋਰ ਤੱਥ ਜ਼ੈਂਬੀਆ ਵੱਲ ਵੀ ਸੁਣੋ ਜੀ। ਉਹਨਾਂ ਨੇ ਜ਼ੈਂਬੀਆ ਦੀ ਜੋ ਹੈ ਉਹਨਾਂ ਦੇ ਮੇਨ ਹਸਪੀਟਲ, ਜਿੱਥੇ ਉਹਨਾਂ ਦਾ ਹੈ ਜ਼ਨਾਨਾ ਰੋਗਾਂ ਦਾ ਸਪੈਸ਼ਲਿਸਟ, ਉਹਦੇ ਵਿੱਚ ਉਹਨੇ ਜੋ ਉਜਾਗਰ ਕੀਤੇ ਨੇ ਤੱਥ ਮੈਡੀਕਲ ਜਰਨਲ ਦੇ ਵਿੱਚ ਕਿ ਉੱਥੇ ਬੱਚੀਆਂ ਤੇ ਔਰਤਾਂ ਦੇ ਬਲਾਤਕਾਰ ਦਾ ਸ਼ਿਕਾਰ ਹੋਣ ਵਿੱਚ 63% ਵਾਧਾ ਹੋਇਆ ਉਸਨੇ ਲੱਭਿਆ। ਉਹਨੇ ਲਿਖਿਆ ਕਿ ਇੰਨੇ ਕੇਸ ਸਾਡੇ ਕੋਲ ਆ ਰਹੇ ਨੇ ਕਿ ਸਾਨੂੰ ਮੈਟਰਨਿਟੀ ਵਾਰਡ ਜਿੰਨੇ ਖੋਲੇ ਨੇ ਕੋਵਿਡ ਸੈਂਟਰ, ਉਸ ਤੋਂ ਦੁੱਗਣੇ ਖੋਲ ਦਿਓ। ਯਾਨੀ ਅੰਦਾਜ਼ਾ ਲਾ ਲਓ ਕਿਸ ਹਾਲ ਤੇ ਇਹ ਜ਼ੈਂਬੀਆ ਦਾ ਹਾਲ ਹੈ। ਉੱਥੇ ਅਮਰੀਕਾ ਦੇ ਵਿੱਚ ਖਾਸ ਕਰ ਪਨਾਮਾ ਤੇ ਪੀਰੂ ਦੀ ਜੋ ਰਿਪੋਰਟ ਆਈ ਜੇ ਸਾਹਮਣੇ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਖੁਸਰਿਆਂ ਨਾਲ ਤਸ਼ੱਦਦ ਬਹੁਤ ਜ਼ਿਆਦਾ ਹੋਇਆ ਜੇ। ਉਹਦੇ ਵਿੱਚ ਜੋ ਇਸ ਵੇਲੇ ਉਹਨਾਂ ਨੇ ਗਵਰਨਮੈਂਟ ਮੈਮੋਰੀਅਲ ਇੰਸਟੀਚਿਊਟ ਆਫ ਹੈਲਥ ਸਰਵਿਸਿਜ਼ ਦੇ ਡਾਕਟਰ ਰੁਥ ਨੇ ਕਿਹਾ ਹੈ ਕਿ ਨਿੱਕੇ ਬੇਟਿਆਂ ਦਾ, ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਨਿੱਕੇ ਬੱਚੇ ਬਹੁਤ ਜ਼ਿਆਦਾ ਗਿਣਤੀ ਵਿੱਚ ਸ਼ਿਕਾਰ ਹੋਏ ਨੇ। ਐਂਡ ਇਸ ਕਰਕੇ ਵਾਰਨਿੰਗ ਸਾਈਨ ਸਾਨੂੰ ਇੱਥੇ ਦਿੱਤਾ ਗਿਆ ਕਿ ਜਿੰਨੇ ਰੇਪਿਸਟ ਦੀ ਇੰਟਰਵਿਊ ਲਈ ਗਈ ਹੈ, ਉਹਨਾਂ ਵਿੱਚੋਂ 90% ਉਹ ਸਨ ਜਿਹੜੇ ਆਪ ਛੋਟੀ ਉਮਰੇ ਬਲਾਤਕਾਰ ਦਾ ਸ਼ਿਕਾਰ ਹੋਏ ਸਨ, ਸਰੀਰਕ ਸ਼ੋਸ਼ਣ ਦਾ, ਉਹਨਾਂ ਦੇ ਬਹੁਤ ਜ਼ਿਆਦਾ ਮਾਰ ਕੁਟਾਈ ਦਾ ਸ਼ਿਕਾਰ ਹੁੰਦੇ ਰਹੇ। ਯਾਨੀ ਇਹ ਉਹ ਬੱਚੇ ਸੀ ਜਿਨ੍ਹਾਂ ਨੂੰ ਅਸੀਂ ਸਮਾਜ, ਕੁੜੀਆਂ ਨੂੰ ਤਾਂ ਫਿਰ ਉਜਾਗਰ ਕਰ ਰਿਹਾ, ਪਰ ਅੱਜ ਸਾਡਾ ਸਮਾਜ ਅਜਿਹਾ ਹੈ ਜਿੱਥੇ ਮੁੰਡੇ ਜੋ ਸ਼ਿਕਾਰ ਹੋ ਗਏ ਉਹਨਾਂ ਨੂੰ ਅਗਾਹ ਨਹੀਂ ਲਿਆਇਆ ਜਾਂਦਾ। ਜੋ ਕਸ਼ਮੀਰ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਛੋਟੇ ਬੱਚੇ, ਉੱਥੇ ਵੀ ਇਸੇ ਤਰ੍ਹਾਂ ਬਦਫੈਲੀ ਹੋਈ ਸੀ, ਪਰ ਉਹ ਖਬਰ ਦੱਬ ਲਈ ਗਈ। ਨਾ ਮਾਂ ਪਿਓ ਕੱਢਦੇ ਨੇ, ਨਾ ਸਮਾਜ ਕੱਢਣ ਦਿੰਦਾ, ਪਰ ਇਹ ਵੱਡੇ ਹੋ ਕੇ ਸੀਰੀਅਲ ਰੇਪਿਸਟਸ ਬਣ ਜਾਂਦੇ ਨੇ। ਤੁਸੀਂ ਇਹ ਖਿਆਲ ਕਰੋ। ਤੇ ਇੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਵੀ ਕਿਹਾ ਕਿ ਜਿਹੜੀਆਂ ਇਸ ਵੇਲੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ 97% ਔਰਤਾਂ ਘਰੇਲੂ ਨੁਸਖਿਆਂ ਜਾਂ ਦਾਈਆਂ ਦੇ ਹੱਥੋਂ, ਕਿਉਂਕਿ ਇਹ ਜਿਹੜੀਆਂ ਸ਼ਿਕਾਰ ਹੋਈਆਂ ਹੋਣਗੀਆਂ ਨਾਬਾਲਗ ਬੱਚੀਆਂ ਘਰਾਂ ਵਿੱਚ, ਜਾਂ ਜਿਹੜੀਆਂ ਚੀਖਾਂ ਜਿਨ੍ਹਾਂ ਦੀਆਂ ਦੱਬ ਲਈਆਂ ਗਈਆਂ, ਜਾਂ ਇੱਕ ਖਿਆਲ ਕਰਿਓ ਵੱਡੇ ਘਰਾਂ ਦੀਆਂ ਬੱਚੀਆਂ ਜਿਹੜੀਆਂ ਆਪਣੀ ਇੱਜ਼ਤ ਬਚਾਉਣ ਖਾਤਰ ਇਹਨਾਂ ਬੱਚੀਆਂ ਨੂੰ ਮਾਰ ਦਿੰਦੇ ਨੇ, ਜਾਂ ਘਰਾਂ ਦੇ ਵਿੱਚ ਹੀ ਉੱਥੇ ਇਹਨਾਂ ਦਾ ਚਾਹੁੰਦੇ ਨੇ ਕਿ ਇਹਨਾਂ ਦਾ ਅਬੋਰਸ਼ਨ ਹੋ ਜਾਏ, ਉਹ ਵੀ ਗਿਣਤੀ ਬਹੁਤ ਵੱਡੀ ਜੇ, ਜਿਸ ਤੋਂ ਉਹਨਾਂ ਨੇ ਕਿਹਾ ਕਿ ਇਹ 97% ਦੇ ਨੇੜੇ ਤੇੜੇ ਬੱਚੀਆਂ ਨਾਲ ਧੱਕਾ ਹੋਏਗਾ। ਯਾਨੀ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨੇ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ
ਵੀ 42% ਵਾਧਾ ਤਾਂ ਸਿਰਫ ਡਿਵੈਲਪਡ ਕੰਟਰੀਜ਼, ਯਾਨੀ ਉਹਨਾਂ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਯੂਰਪ, ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਇਹੋ ਕੁਝ ਹੋਣਾ। ਜਰਾ ਖਿਆਲ ਕਰੋ, ਸਪੇਨ ਦੇ ਵਿੱਚ ਉਹਨਾਂ ਨੇ ਕਿਹਾ ਸਿਰਫ ਪਹਿਲੇ 2 ਹਫ਼ਤਿਆਂ ਵਿੱਚ ਇਹ ਜਿਹੜੇ ਬਲਾਤਕਾਰ ਤੇ ਘਰੇਲੂ ਹਿੰਸਾ ਦੇ ਕੇਸ 18% ਵੱਧ ਗਏ ਸਨ, ਸਿਰਫ ਪਹਿਲੇ 2 ਹਫ਼ਤੇ ਲਾਕਡਾਊਨ ਦੇ। ਉਸ ਤੋਂ ਬਾਅਦ ਉਹਦੇ ਵਿੱਚ 43% ਹੋਰ ਵਾਧਾ ਹੋਇਆ ਅਗਲੇ 2 ਹਫ਼ਤਿਆਂ 'ਚ। ਹਾਰਵਰਡ ਯੂਨੀਵਰਸਿਟੀ ਨੇ ਵੀ ਉਹਨੇ ਕਿਹਾ ਕਿ ਸਾਡੇ ਕੋਲ ਜਿਹੜੇ ਮੈਡੀਕਲ ਹਾਰਵਰਡ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੇਸ ਹੋਏ ਨੇ ਉਹ ਪਿਛਲੇ ਸਾਲ ਨਾਲੋਂ ਸਿਰਫ ਇੱਥੇ ਇਸ ਮਹੀਨੇ ਦੇ ਵਿੱਚ 45% ਵਾਧਾ ਹੋਇਆ। ਆਸਟ੍ਰੇਲੀਆ, ਇੰਗਲੈਂਡ ਤੇ ਆਇਰਲੈਂਡ ਤੇ ਸਕਾਟਲੈਂਡ ਦੇ ਜੋ ਅੰਕੜੇ ਨੇ, ਉਹਨਾਂ ਨੇ ਸੇਫ ਅਬੋਰਸ਼ਨ ਤੇ ਪ੍ਰੀਵੈਂਟ ਮੈਟਰਨਲ ਡੈਥ ਦੇ ਨਾਲ ਸੈਪਰੇਟ ਸ਼ੁਰੂ ਕਰ ਦਿੱਤੇ ਨੇ ਪੈਂਫਲੇਟਸ ਬਣਾ ਕੇ ਕਿ ਜਿਹੜੇ ਘਰਾਂ ਵਿੱਚ ਇਹ ਹੋਇਆ ਤੁਸੀਂ ਇਹਦੇ ਅਧੀਨ ਸੇਫ ਅਬੋਰਸ਼ਨ ਜਾ ਕੇ ਕਰਵਾ ਸਕਦੇ ਹੋ। ਉਹਦੇ ਵਿੱਚ ਵੀ ਗਿਣਤੀ ਵਿੱਚ ਜੋ ਅੰਕੜੇ ਬੋਲਦੇ ਨੇ 61% ਵਾਧਾ ਹੋਇਆ ਪਿਆ। ਯੂਰਪ ਦੇ ਵਿੱਚ ਹੀ ਇੰਨੀ, ਹਾਂਜੀ ਜੇ ਮੈਂ ਗੱਲ ਕਰਾਂ ਕਿ ਯੂਰਪ ਦੇ ਵਿੱਚ ਜਦੋਂ ਇੰਨੇ ਅੰਕੜੇ ਵਧਣੇ ਨੇ ਤੇ ਉਹਦੇ ਬਨਸਪਤ ਤੇ ਭਾਰਤ ਦੇ ਵਿੱਚ ਤਾਂ ਕੁਝ ਵੀ ਨਹੀਂ, ਫਿਰ ਤਾਂ ਨਾਰਮਲ ਹੈ, ਉੱਥੇ ਆਮ ਹੁੰਦਾ ਹੈ, ਦੁਨੀਆ ਭਰ ਦੇ ਵਿੱਚ ਹੋ ਰਿਹਾ ਜੀ। ਫਰਕ ਸਿਰਫ ਇਹ ਹੈ ਕਿ ਭਾਰਤ ਵਿੱਚ ਜਿਸ ਘਿਨਾਉਣੇ ਤਰੀਕੇ ਨਾਲ ਬਲਾਤਕਾਰ ਹੋ ਰਹੇ ਨੇ, ਇਹ ਦੁਨੀਆ ਵਿੱਚ ਅਸੀਂ ਪਹਿਲਾ ਨੰਬਰ ਲੈ ਰਹੇ ਹਾਂ। ਜਿਨ੍ਹਾਂ 'ਚ ਯੂਪੀ ਦੇ ਨੂੰ ਮੈਂ ਜਿਹੜੇ ਗੱਭਰੂਆਂ ਨੂੰ ਸ਼ਾਬਾਸ਼ੀ ਦੇ ਰਹੀ ਹਾਂ ਕਿ ਉਹਨਾਂ ਨੇ ਰਿਕਾਰਡ ਤੋੜ ਦਿੱਤਾ, ਨਾ ਸਿਰਫ ਯੂਪੀ ਦੇ ਅੰਦਰ ਬਲਕਿ ਪੰਜਾਬ ਵਿੱਚ ਆ ਕੇ ਵੀ ਜੋ ਸਾਡੇ ਕੋਲ ਰਿਪੋਰਟਾਂ ਦਰਜ ਨੇ ਕਿ ਪੰਜਾਬ ਵਿੱਚ ਵੀ ਉਹਨਾਂ ਨੇ ਪੰਜਾਬੀ ਔਰਤਾਂ ਨੂੰ ਆ ਕੇ ਇੱਥੇ 1 ਨਹੀਂ 2 ਨਹੀਂ, ਇੱਕ ਇਕੱਲੇ ਸਾਲ ਪਹਿਲਾਂ ਦਾ 2 ਸਾਲ ਪਹਿਲਾਂ ਦਾ ਮਾਰਚ ਮਹੀਨੇ ਦਾ ਜੇ ਰਿਕਾਰਡ ਦੇਖੋਗੇ ਤਾਂ ਇਕੱਲੇ ਮਾਰਚ ਵਿੱਚ 28 ਬੱਚੀਆਂ ਦਾ, ਪੰਜਾਬੀ ਬੱਚੀਆਂ ਦਾ ਉਹਨਾਂ ਨੇ ਬਲਾਤਕਾਰ ਕੀਤਾ ਜੋ ਕੇਸ ਰਿਪੋਰਟ ਹੋਏ ਨੇ। ਬਲਕਿ ਇਸ ਦੇ ਉੱਤੇ ਇੱਕ ਹਰਿਆਣੇ ਦੀ, ਮੈਂ ਇਸ ਤੋਂ ਪਹਿਲਾਂ ਤੁਹਾਨੂੰ ਜ਼ਰਾ ਫਰਾਂਸ ਦੇ ਜ਼ਰੂਰ ਦੱਸਣਾ ਚਾਹੁੰਦੀ ਹਾਂ ਜਿਸ 'ਚ ਘਰੇਲੂ ਹਿੰਸਾ ਦੇ 30% ਵੱਧ ਕੇਸ ਹੋਏ ਤੇ ਉੱਥੇ ਦੇ ਪੁਲਿਸ ਡਾਇਰੈਕਟਰ ਟੈਰੀ ਪੂਰ ਨੇ ਇਹ ਮੈਡੀਕਲ ਜਰਨਲ 'ਚ ਛਪੀ ਦੱਸ ਰਹੀ ਹਾਂ ਕਿ ਪਹਿਲਾਂ ਨਾਲੋਂ 40% ਵੱਧ ਦੇ ਕੇਸ ਸਾਡੇ ਕੋਲ ਦਰਜ ਹੋਏ ਨੇ। ਹੁਣ ਇਹਦੇ ਵਿੱਚ ਜੋ ਅਮਰੀਕਨ ਰਿਪੋਰਟ ਲੇਟੈਸਟ ਆਈ ਜੇ ਕਿ ਜੋ ਪਿਛਲੇ 3 ਮਹੀਨਿਆਂ ਦੇ ਵਿੱਚ 67% ਕੇਸਾਂ ਵਿੱਚ ਵਾਧਾ ਹੋਇਆ ਰੇਪ ਵਿੱਚ, ਜਿਨ੍ਹਾਂ ਚੋਂ 79% ਉਹ ਸਨ ਔਰਤਾਂ ਜਿਹੜੀਆਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਸਨ ਜੀ, ਜਾਂ ਫਿਰ ਉਹ ਬੱਚੀਆਂ ਜਿਹੜੀਆਂ ਘਰਾਂ ਵਿੱਚ ਨਾਬਾਲਗ ਸਨ ਤੇ ਉਹ ਨਸ਼ੇ ਦੇ ਵਿੱਚ ਉਸ ਹਾਲਤ ਵਿੱਚ ਉਹਨਾਂ ਦਾ ਬਲਾਤਕਾਰ ਉਹ ਕਰ ਸਕਾ, ਉਹਨੇ ਕੀਤਾ। ਯਾਨੀ ਹੁਣ ਤੁਸੀਂ ਨਿਊਯਾਰਕ ਟਾਈਮਸ ਵਿੱਚ ਜੋ ਇੱਕ ਖਬਰ ਛਪੀ ਸੀ ਕਿ ਉਹਨਾਂ ਨੇ ਲਿਖਿਆ ਕਿ ਜਿਹੜੇ ਰੇਪਿਸਟਸ ਨੇ, ਮੈਂ ਹੁਣ ਉਹਨਾਂ ਦੀ ਤੁਹਾਨੂੰ ਦੱਸਣਾ ਚਾਹ ਰਹੀ ਹਾਂ ਕਿ ਉਹਨਾਂ ਦੇ ਨੌਕਰੀਆਂ ਖੁੱਸਣ ਦਾ ਗੁੱਸਾ ਜਾਂ ਆਪਣਾ ਡਰ ਛੁਪਾਉਣਾ ਜਾਂ ਆਪਣੇ ਅੰਦਰਲੀ ਕਮਜ਼ੋਰੀ ਨੂੰ ਲੁਕਾਉਣ ਪਿੱਛੇ ਜੋ ਉਹਨਾਂ ਨੇ ਇੰਟਰਵਿਊ ਦਿੱਤੀ ਕਿ ਅਸੀਂ ਇਹ ਔਰਤਾਂ ਜਾਂ ਨਾਬਾਲਗ ਬੱਚੀਆਂ ਤੇ ਜ਼ੁਲਮ ਢਾਇਆ ਤੇ ਇਸ ਵੇਲੇ ਉਹਨਾਂ ਨੇ $100 ਮਿਲੀਅਨ ਹੋਰ ਦੀ ਮੰਗ ਕੀਤੀ ਹੈ ਕਿ ਜਿਹੜੀਆਂ ਔਰਤਾਂ ਤੇ ਤਸ਼ੱਦਦ ਹੋਇਆ ਉਹਨੂੰ ਡੀਲ ਕਰਨ ਲਈ ਸਾਡੇ ਕੋਲ ਪੈਸੇ ਘਟ ਰਹੇ ਨੇ। ਗੱਲ ਮੈਂ ਇਸ ਕਰਕੇ ਇਹ ਸਾਰੀਆਂ ਤੁਹਾਨੂੰ ਦੱਸੀਆਂ ਕਿ ਇੰਨਾ ਕੁ ਆਈਡੀਆ ਹੋ ਜਾਏ ਸਾਰੇ ਉੱਤੇ ਕੀ ਸਾਡੇ ਇਸ ਵੇਲੇ ਚੱਲ ਰਿਹਾ, ਪਰ ਦੁਨੀਆ ਭਰ ਸਾਰੇ ਪਾਸੇ ਕੀ ਚੱਲ ਰਿਹਾ। ਪਰ ਮੈਂ ਦੱਸਣਾ ਇਹ ਚਾਹਨੀ ਹਾਂ ਇਹਨਾਂ ਸਾਰਿਆਂ ਵਿੱਚੋਂ ਸਮੂਹਕ ਬਲਾਤਕਾਰ ਸਭ ਤੋਂ ਵੱਧ ਭਾਰਤ ਵਿੱਚ ਹੋਏ। ਅੱਛਾ ਜੀ, ਨਾਬਾਲਗ ਬੱਚੀਆਂ ਦੇ ਨਾਲ ਖਾਸ ਕਰ ਨਾ ਸਿਰਫ ਸਮੂਹਕ ਬਲਾਤਕਾਰ ਬਲਕਿ ਜਿਸ ਤਰੀਕੇ ਉਹਨਾਂ ਦੀਆਂ ਜੀਭਾਂ ਕੱਟੀਆਂ ਜਾਂਦੀਆਂ ਨੇ, ਸਿਰਫ ਇਹ ਕਿ ਬਲਾਤਕਾਰ ਮਰਨ ਤੋਂ ਬਾਅਦ ਲਾਸ਼ ਨਾਲ ਕੀਤਾ ਜਾਂਦਾ ਜੋ ਕਿ 8 ਤੋਂ ਲੈ ਕੇ 11 ਸਾਲਾਂ ਦੀਆਂ ਬੱਚੀਆਂ ਦਾ ਕਿਸ ਤਰੀਕੇ ਚਾਕੂ ਨਾਲ ਕੱਟੀ ਜਾਂਦੀ ਹੈ ਬੱਚੇਦਾਨੀ, 10 ਥਾਂ ਤੋਂ ਹੱਡੀਆਂ ਤੋੜੀਆਂ ਜਾਂਦੀਆਂ, ਫਿਰ ਐਸਿਡ ਪਾ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਅੱਧ ਸੜੀ ਲਾਸ਼ ਫਿਰ ਉਹ ਸੁੱਟ ਦਿੱਤੀ ਜਾਂਦੀ ਹੈ ਨਿਰਵਸਤਰ ਕੁੱਤਿਆਂ ਤੋਂ ਚੂੰਡਣ ਲਈ। ਇੰਨੇ ਬੇਹੂਦਗੀ ਤੇ ਦਰਿੰਦਗੀ ਦਾ ਜੋ ਇੱਥੇ ਨਾਚ ਚੱਲ ਰਿਹਾ ਇਹਨਾਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ, ਬਰਦਾਸ਼ਤ ਤੋਂ ਬਾਹਰ ਹੈ। ਤੇ ਜਦੋਂ ਆਵਾਜ਼ ਚੁੱਕੋ ਤਾਂ ਮੈਂ ਆਪ ਇੱਕ ਗਵਾਹ ਕਿ ਇਸ ਚੀਜ਼ ਲਈ ਆਵਾਜ਼ ਚੁੱਕੀ ਤਾਂ ਇੱਕ ਅਰੁਣ ਠਾਕੁਰ ਨਾਮ ਦਾ ਬੰਦਾ ਸੀ ਜਿਸ ਨੇ ਸਰੇਆਮ ਧਮਕੀ ਦਿੱਤੀ, ਜੈ श्री राम, हम ठाकुर होते हैं, हमें हक है दलित को पीसने का। मैं इस करके जिक्र सारी चीज का किया क्योंकि उन्हें अगों क्या आप सिखड़ों को तकलीफ है तो यहाँ से चले जाइए। मैं उन्होंने ये गल इस करके लाइव लैके आई हाँ स्पष्ट के दस सका
ਕਿ ਇਹਨਾਂ ਦੇ ਮਨ ਵਿੱਚ ਕਿੰਨਾ ਜ਼ਹਿਰ ਹੈ ਕਿ ਇਹਨਾਂ ਨੂੰ ਜਾਤ ਪਾਤ ਤੇ ਧਰਮ ਦੇ ਆਧਾਰ ਉੱਤੇ ਪਾੜ ਵੀ ਦਈਏ, ਭੜਕਾ ਵੀ ਦਈਏ, ਤਾਂ ਕਿ ਇਹ ਹੋਰ ਪਾਸੇ ਤੁਰ ਜਾਣ, ਮਾਰ ਧਾੜ ਕਰਨ, ਤੇ ਫਿਰ ਅਸੀਂ ਇਹਨਾਂ ਦੀਆਂ ਧੀਆਂ ਤੇ ਹੱਥ ਅੱਗੋਂ ਅਜ਼ਮਾ ਸਕੀਏ। ਪਰ ਇਹ ਸਮਾਂ ਹੈ ਇਹਨਾਂ ਨੂੰ ਆਈਸੋਲੇਟ ਕਰਨ ਦਾ, ਕਿ ਤੁਸੀਂ ਜੋ ਆਪਣਾ ਢੰਗ ਤਰੀਕਾ ਲੱਭਿਆ ਕਿ ਪਹਿਲਾਂ ਅਸੀਂ ਧਰਮ ਦੇ ਨਾਂ ਤੇ ਇਹਨਾਂ ਨੂੰ ਉਬਾਲਾ ਚਾੜੀਏ, ਫਿਰ ਅਸੀਂ ਜਾਤ ਪਾਤ ਦੇ ਆਧਾਰ ਤੇ ਇਹਨਾਂ ਨੂੰ ਪਾੜੀਏ, ਤੇ ਚੱਪਣੀਆਂ ਤਾਂ ਸਾਡੀਆਂ ਧੀਆਂ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਅਸੀਂ ਬਚ ਕੇ ਇਕੱਠੇ ਹੋ ਜਾਈਏ ਸਮਾਂ, ਤਾਂ ਇਹ ਗਿਣਤੀ ਦੇ ਬਲਾਤਕਾਰੀਆਂ ਨੂੰ ਅਸੀਂ ਲੱਭ ਕੇ ਬਾਹਰ ਕੱਢ ਸਕਦੇ ਹਾਂ, ਇਹਨਾਂ ਦੇ ਵਿਰੁੱਧ ਇੱਕ ਜਿਹਾਦ ਛੇੜ ਸਕਦੇ ਹਾਂ, ਤਾਂ ਕਿ ਇਹਨਾਂ ਨੂੰ ਬੰਦ ਤਾਂ ਕਰੀਏ। ਪਰ ਦੂਜੇ ਪਾਸੇ ਬਹੁਤ ਵੱਡੀ ਜੋ ਲੋੜ ਹੈ ਸਮੇਂ ਦੀ, ਜੇ ਸਾਡੀ ਭੈਣ ਇੱਥੇ ਬੈਠੀ ਬਲਜਿੰਦਰ ਤੁਹਾਡੇ ਕੋਲ ਇਸ ਤਰੀਕੇ ਬਹਿ ਕੇ ਬੋਲਡਲੀ ਸਭ ਨਾਲ ਗੱਲ ਕਰ ਸਕਦੀ ਹੈ ਇਸ ਵੇਲੇ, ਸਾਡੀਆਂ ਧੀਆਂ ਨੂੰ ਜੋ ਅਸੀਂ ਸਿੱਖਿਆ ਹੁਣ ਤੱਕ ਦੀ ਅਧੀਨਗੀ ਦੀ ਦਿੱਤੀ ਉਹ ਛੱਡਣੀ ਪੈਣੀ। ਉਹਨਾਂ ਨੂੰ ਦਿਖਾਉਣਾ ਪੈਣਾ ਵੀ ਭਾਈ ਇਹ ਧਰਮ ਦੇ ਉੱਤੇ ਨਹੀਂ, ਤੁਸੀਂ ਦੇਵਦਾਸੀਆਂ ਬਣੀਆਂ ਸੀ, ਤੁਹਾਨੂੰ ਉਦੋਂ ਵੀ ਖਤਮ ਕੀਤਾ ਗਿਆ, ਤੁਹਾਡੀ ਪੱਤ ਲੁੱਟੀ ਗਈ, ਫਿਰ ਤੁਹਾਨੂੰ ਪਤੀ ਦੇ ਨਾਲ ਉੱਥੇ ਸਤੀ ਹੋਣ ਲਈ ਸੁੱਟ ਦਿੱਤਾ ਗਿਆ। ਇਹ ਸਾਰੀਆਂ ਚੀਜ਼ਾਂ ਚੋਂ ਜੇ ਨਿਕਲੀਆਂ, ਪਹਿਲੀ ਚੀਜ਼ ਤਾਂ ਔਰਤ ਨੂੰ ਆਪਣੀ ਹਿੰਮਤ ਆਪ ਜੁਟਾਣੀ ਪੈਣੀ ਹੈ, ਪਹਿਲਾ ਕਦਮ ਆਪ ਪੁੱਟਣਾ ਪੈਣਾ ਕਿ ਮੈਂ ਸੰਪੂਰਨ ਹਾਂ, ਮੈਂ ਕਰ ਸਕਦੀ ਹਾਂ। ਸਾਡੀਆਂ ਬਾਲੜੀਆਂ ਇਸ ਵੇਲੇ ਜੂਡੋ ਕਰਾਟੇ ਸਿੱਖਣ, ਤਗੜੀਆਂ ਹੋਣ, ਤਾਂ ਕਿ ਉਹ ਆਪਣੇ ਸਰੀਰਕ ਤੇ ਮਾਨਸਿਕ ਪੱਖੋਂ ਅਜਿਹੇ ਲੋਕਾਂ ਦਾ ਸਾਹਮਣਾ ਕਰ ਸਕਣ। ਦੂਜੀ ਬਹੁਤ ਵਧੀਆ ਭੈਣ ਜੀ ਤੁਸੀਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਇਹ ਹਮੇਸ਼ਾ ਔਰਤ ਦੇ ਹੱਕ ਵਿੱਚ ਆਵਾਜ਼ ਮਰਦਾਂ ਵੱਲੋਂ ਚੁੱਕੀ ਗਈ, ਸਾਡੇ ਭਰਾਵਾਂ ਵੱਲੋਂ, ਸਾਡੇ ਪਤੀਆਂ ਵੱਲੋਂ, ਸਾਡੇ ਪੁੱਤਰਾਂ ਵੱਲੋਂ, ਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲੀ ਆਵਾਜ਼ ਚੁੱਕੀ ਸੀ। ਦਾ ਮਤਲਬ ਹੈ ਅੱਜ ਵੀ ਸਾਨੂੰ ਅਣਖੀਲੇ ਪਿਓ ਚਾਹੀਦੇ ਨੇ, ਸਾਨੂੰ ਜਾਗਦੇ ਜ਼ਮੀਰਾਂ ਵਾਲੇ ਪਤੀ ਚਾਹੀਦੇ ਨੇ, ਪੁੱਤਰ ਚਾਹੀਦੇ ਨੇ, ਜੋ ਖੜੇ ਹੋਣ ਆਵਾਜ਼ ਚੁੱਕਣ ਕਿ ਹਾਂ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਤੁਰੋ। ਮੈਂ ਕਿਤੇ ਵੀ ਕਦੇ ਵੀ ਔਰਤ ਨੂੰ ਮਰਦ ਨੂੰ ਦੱਬ ਕੇ ਤੁਰਨ ਦੀ ਗੱਲ ਨਹੀਂ ਕੀਤੀ, ਹਮੇਸ਼ਾ ਬਰਾਬਰੀ ਦੀ ਕੀਤੀ ਹੈ। ਆਓ ਰਲ ਮਿਲ ਕੇ ਇੱਕ ਵਧੀਆ ਸਮਾਜ ਸਿਰਜ ਸਕੀਏ। ਸਾਡੇ ਨਾਲ ਕਾਲਰ ਕਾਫੀ ਲੰਬੇ ਸਮੇਂ ਤੋਂ ਗੱਲ ਕਰਨਾ ਚਾਹੁੰਦੇ ਨੇ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਜੀ ਆਪਣੇ ਬੈਰੀਪਾਲ ਸਾਹਿਬ ਨੂੰ ਕਹਿੰਦਾ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮਾਫੀ ਚਾਹੁੰਦੇ ਆ ਜੀ, ਤੁਸੀਂ ਉਹ ਸ਼ੋਅ ਓਵਰ ਹੋ ਚੁੱਕਾ, ਤੁਸੀਂ ਲੇਟ ਕਾਲ ਕਰ ਰਹੇ ਹੋ ਜੀ। ਉਹਨਾਂ ਦਾ 6 ਤੋਂ 7 ਵਜੇ ਟਾਈਮ ਹੁੰਦਾ, ਸੋ ਹੁਣ ਇੱਕ ਹੋਰ ਸ਼ੋਅ ਚੱਲ ਰਿਹਾ ਹੈਗਾ ਆ। ਹਾਂਜੀ, ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਬਿਲਕੁਲ ਜੀ, ਬੜੇ ਲੰਬੇ ਸਮੇਂ ਤੋਂ ਕਾਲ ਬਾਰ-ਬਾਰ ਇਹਨਾਂ ਦੀ ਆ ਰਹੀ ਸੀ। ਔਰ ਰਿਪਨ ਜੀ, ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ, ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਧੀਆਂ ਲਈ ਬਹੁਤ ਕੁਝ ਕਰ ਰਹੇ ਹੋ, ਔਰ ਤੁਸੀਂ ਧੀਆਂ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਹੋ ਕਿ ਬਰੋਬਰਤਾ ਦਾ ਹੱਕ ਮਿਲੇ, ਔਰ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਅੱਗੇ ਲੈ ਕੇ ਪਰਿਵਾਰ ਜਾਣ, ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ, ਆਪਣਾ ਚੰਗਾ ਮਾੜਾ ਸੋਚ ਸਕਣ। ਤੇ ਜੇ ਮੈਂ ਸਪਸ਼ਟ ਤੌਰ ਤੇ ਕਹਾਂ ਤੇ ਸਾਨੂੰ ਲੋੜ ਆ ਆਪਣੀਆਂ ਧੀਆਂ ਨੂੰ ਵਾਕਿਆ ਜਿਵੇਂ ਤੁਸੀਂ ਦੱਸਿਆ ਕਿ ਜੂਡੋ ਕਰਾਟੇ ਸਿਖਾਉਣ ਦੀ ਲੋੜ ਆ। ਮੈਂ ਤੇ ਕਹੂੰਗੀ ਸ਼ਾਇਦ ਜਿਹੋ ਜਿਹੇ ਮੁਲਕ 'ਚ ਧੀਆਂ ਰਹਿ ਰਹੀਆਂ ਨੇ, ਜਿੰਨੀ ਦਰਿੰਦਗੀ ਆ, ਤੇ ਧੀਆਂ ਨੂੰ ਕੋਲ ਆਪਣੇ ਸੇਫਟੀ ਦੇ ਲਈ ਕੋਈ ਨਾ ਕੋਈ ਮਾਰੂ ਹਥਿਆਰ ਰੱਖਣਾ ਜ਼ਰੂਰੀ ਆ। ਜੀ ਬਿਲਕੁਲ, ਪੈਪਰ ਸਪਰੇ ਅੱਜ ਕੱਲ ਮਿਲ ਰਿਹਾ ਉਹ ਵੀ, ਪਰ ਇਹ ਅਸਲ 'ਚ ਕਿਉਂਕਿ ਦਿਨ ਦਿਹਾੜੇ ਤੇ ਉਹ ਵੀ ਸਮੂਹਕ ਬਲਾਤਕਾਰ, ਉਹ ਵੀ ਨਾਬਾਲਗ ਬੱਚੀਆਂ ਦੇ ਨੇ। ਸੋ ਸਾਨੂੰ ਛੋਟੀਆਂ ਬੱਚੀਆਂ ਨੂੰ ਚੰਗੀ ਛੋ ਮਾੜੀ ਛੋ ਬਾਰੇ ਜੋ ਇੰਟਰਨੈਸ਼ਨਲ ਸਾਰੇ ਕੀਤਾ ਜਾਂਦਾ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਹੈ। ਹੁਣ ਤੱਕ ਦਾ ਧਰਮ ਦਾ ਡਰ ਸੀ। ਮੈਂ ਬੜੀ ਇੱਕ ਵੱਖਰੀ ਗੱਲ ਤੇ ਸ਼ਾਇਦ ਤਿੱਖੀ ਗੱਲ ਕਰਨ ਲੱਗੀ ਹਾਂ। ਹੁਣ ਤੱਕ ਡਰ ਹੁੰਦਾ ਸੀ ਕਿ ਤੁਹਾਨੂੰ ਜੀ ਰੱਬ ਵੇਖ ਰਿਹਾ, ਉਹ ਸਜ਼ਾ ਦੇਵੇਗਾ ਵਰਗੀ ਗੱਲ, ਉਹ ਕਿਤੇ ਉੱਡ ਪੁੱਡ ਚੁੱਕੀ ਹੈ। ਕਿਉਂਕਿ ਅਸੀਂ ਧਰਮ ਦੇ ਲਈ ਜੋ ਜਿਸ ਥਾਂ ਤੇ ਅਸੀਂ ਥਾਵਾਂ ਬਣਾਈਆਂ ਹੋਈਆਂ, ਉਹ ਅਸੀਂ ਇਸ ਵੇਲੇ ਕਤਲਗਾਹ ਬਣਾ ਦਿੱਤੀਆਂ। ਉਹਨਾਂ ਦੇ ਅੰਦਰ ਇਸ ਵੇਲੇ ਬਲਾਤਕਾਰ ਹੋ ਰਹੇ ਨੇ। ਸੋ ਰੱਬ ਉੱਥੇ ਨਹੀਂ ਬਚਦਾ। ਉਹ ਸਹੀ ਹੈ, ਗੁਰੂ ਸਾਹਿਬ ਦੀ ਕਹੀ ਕਿ ਨੀਵਿਆਂ ਤੋਂ ਅੱਤ ਨੀਵੇਂ ਦੇ ਨਾਲ ਬੈਠਾ ਮੈਂ, ਉਹਨਾਂ ਥਾਵਾਂ ਤੇ ਨਹੀਂ ਹਾਂ। ਉਹ ਰੱਜੇ ਪੁੱਜਿਆਂ ਨੇ ਬਲਾਤਕਾਰ ਕਰਨ ਦੇ ਥਾਂ ਬਣਾ ਛੱਡੇ ਨੇ, ਲੁੱਟਣ ਦੇ ਢੰਗ ਬਣਾ ਛੱਡੇ ਨੇ। ਖਿਮਾ ਕਰਿਓ, ਕਈ ਥਾਵਾਂ ਤੇ ਧੰਦਾ ਹੀ ਬਣਾ ਛੱਡਿਆ। ਬਹੁਤ ਮਾੜਾ ਲੱਗੇਗਾ, ਪਰ ਇਹ ਚੀਜ਼ਾਂ ਵਾਪਰ ਰਹੀਆਂ ਨੇ। ਸਾਡੇ ਕੋਲ ਫੈਕਟਸ ਫਿਗਰਸ ਪਏ ਨੇ ਕਿ ਜਿਸ ਤਰੀਕੇ ਧਰਮ ਦਾ ਲਿਬਾਸ ਪਾ ਕੇ ਉਹਦੇ ਕਿਸ ਤਰੀਕੇ ਉਹ ਨਾਬਾਲਗ ਬੱਚੀਆਂ ਨੂੰ ਉੱਥੇ ਵੀ ਉਹਨਾਂ ਦਾ ਚੀਰ ਹਰਨ ਹੋਇਆ। ਸੋ ਇਹ ਚੀਜ਼ਾਂ ਦੇ ਵਿੱਚ ਬੱਚੀਆਂ ਨੂੰ ਬਾਹਰ ਕੱਢੀਏ ਕਿ ਬਾਬਿਆਂ ਦੇ ਕੋਲ ਜਾਂ ਧਰਮ ਸਥਾਨਾਂ ਤੇ ਨਾ ਉੱਥੇ ਲੋੜ, ਉੱਥੇ ਕਿਸੇ ਨੇ ਬਚਾਉਣ ਨਹੀਂ ਆਣਾ। ਆਪ ਹਿੰਮਤ ਕਰ, ਆਪਣੀਆਂ ਅੱਖਾਂ 'ਚ ਮਾਂ ਚੰਡੀ ਲਿਆ, ਮਾਈ ਭਾਗੋ ਬਣ,
ਦੁਰਗਾ ਮਾਂ ਬਣ ਤੇ ਸ਼ਿਕਾਰ ਕਰ ਇਹਨਾਂ ਦਾ, ਤਗੜੀ ਹੋ ਇਸ ਤਰੀਕੇ ਤਾਂ ਕਿ ਤੂੰ ਲੂਣ ਦੀ ਪੁੜੀ ਨਾ ਬਣੇ। ਇਹ ਅੱਜ ਦੇ ਸਮੇਂ ਦੀ ਲੋੜ ਹੈ ਇਹਨਾਂ ਨੂੰ ਖੜੇ ਕਰਨ ਦਾ। ਤੇ ਜਿਹੜੀ ਬੱਚੀ ਇਸ ਚੀਜ਼ ਤੋਂ ਇਨਕਾਰ ਚਾਹੁੰਦੀ ਜੇ, ਰਾਹਤ ਇੰਦੌਰੀ ਦੀ ਮੈਂ ਉਹਨੂੰ ਜ਼ਰੂਰ 2 ਸਤਰਾਂ ਉਹਨੂੰ ਸਾਂਝੀਆਂ ਕਰਦੇ ਹਾਂ, ਜਿਹੜੀ ਸ਼ਾਇਦ ਚਪੇੜ ਵੀ ਇਹ ਸਾਡੇ ਰਾਜ ਕਰਨ ਵਾਲਿਆਂ ਤੇ ਸਿਆਸਤਦਾਨਾਂ ਤੇ, ਮੈਂ ਜਿਵੇਂ ਅੱਗੇ ਜ਼ਿਕਰ ਕੀਤਾ ਸੀ 2 ਕਰੋੜ ਦੀਆਂ ਗੱਡੀਆਂ ਚੋਂ ਹੱਥ ਹਿਲਾਉਣ ਨਾਲ ਕਿਸਾਨਾਂ ਦੀ ਸੁੱਕੀ ਰੋਟੀ ਨਾਲ ਗੰਢਾ ਖਾਧਾ ਨਹੀਂ ਸਮਝ ਆ ਸਕਦਾ ਕਿੰਨੀ ਕੁ ਪੀੜ ਹੈ। ਲਸ਼ਕਰ ਵੀ तुम्हारा है, लश्कर भी तुम्हारा है, सरदार तुम्हारा है। लश्कर भी तुम्हारा है, सरदार तुम्हारा है। तुम झूठ को सच लिख दो, तुम झूठ को सच लिख दो, अखबार तुम्हारा है। इस दौर के फरियादी जाएं तो जाएं कहाँ, इस दौर के फरियादी जाएं तो जाएं कहाँ, सरकार भी तुम्हारी है, दरबार तुम्हारा है। ਬਿਲਕੁਲ। ਸਾਡੇ ਨਾਲ ਇੱਕ ਕੁਲਦੀਪ ਸਿੰਘ ਜੀ ਕਾਲਰ ਆ, ਕਾਫੀ ਲੰਬੇ ਸਮੇਂ ਤੋਂ ਗੱਲਬਾਤ ਕਰ ਲੈਂਦੇ ਉਹਨਾਂ ਨਾਲ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਬਹੁਤ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ ਤੁਹਾਡਾ, ਬਹੁਤ ਵਧੀਆ ਮੈਂ ਸੁਣਦਾ ਜੀ। ਤੇ ਬੈਰੀਪਾਲ ਤੇ ਮਾਫੀ ਚਾਹੁੰਦੇ ਆ ਜੀ, ਜਿਹੜਾ ਹੁਣ ਰਾਈਟ ਨਾਓ ਲਾਈਵ ਟਾਕ ਸ਼ੋ ਚੱਲ ਰਿਹਾ ਹੈਗਾ ਆ, ਇਹ ਚੱਲਦਾ, ਤੁਸੀਂ ਰਿਕਾਰਡਡ ਸ਼ਾਇਦ ਪ੍ਰੋਗਰਾਮ ਦੇਖ ਰਹੇ ਹੋ। ਔਰ ਮਾਫੀ ਚਾਹੁੰਦੇ ਆ, ਕਾਲਸ ਨਹੀਂ ਚੱਕਾਂਗੇ ਕਿਉਂਕਿ ਭੈਣ ਜੀ ਹੁਣੀ ਸਾਡੇ ਨਾਲ ਗੱਲਾਂ ਬਾਤਾਂ। ਅੱਛਾ ਭੈਣ ਜੀ, ਜਿਹੜੀ ਗੱਲ ਤੁਸੀਂ ਹੁਣੇ ਕਿਸਾਨੀ ਦੀ ਕੀਤੀ ਹੈ ਕਿ ਇੱਕ ਕਿਸਾਨ ਜਦੋਂ ਹੱਥ ਹਿਲਾਉਂਦਾ ਹੈ, ਕਿਉਂਕਿ ਜਿਹੜੇ ਸਤਿਕਾਰਯੋਗ ਕਾਲਰ ਕਾਲ ਕਰ ਰਹੇ ਨੇ 6 ਵਜੇ ਤੋਂ ਲੈ ਕੇ 7 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦਵਿੰਦਰ ਬੈਨੀਪਾਲ ਜੀ ਹੁੰਦੇ ਨੇ, ਜ਼ਰੂਰ ਕਾਲ ਕਰਿਆ ਕਰੋ ਕਿਉਂਕਿ ਸਾਂਝਾ ਟੀਵੀ ਤੁਹਾਡੇ ਸਾਰਿਆਂ ਲਈ ਸਾਂਝਾ ਹੈ ਤੇ ਇਹਦੇ ਵਿੱਚ ਹਰ ਤਰ੍ਹਾਂ ਦੇ ਅਲੱਗ-ਅਲੱਗ ਪ੍ਰੋਗਰਾਮ ਲਿਆਂਦੇ ਜਾਂਦੇ ਨੇ। ਤੁਸੀਂ ਕਿਸਾਨੀ ਦੀ ਗੱਲ ਕਰ ਰਹੇ ਸੋ, ਥੋੜਾ ਟਾਈਮ ਰਹਿ ਗਿਆ, 3-4 ਮਿੰਟ ਨੇ, ਸਾਰੀ ਗੱਲਬਾਤ ਨੂੰ ਆਪਾਂ ਸਮ ਅਪ ਕਰੀਏ। ਜਿਹੜੀ ਗੱਲ ਤੁਸੀਂ ਪਹਿਲਾਂ ਕਹਿ ਕੇ ਗਏ ਹੋ, ਜਿਹੜਾ ਬੁਲਾਰਾ ਹੈ, ਜਿਹੜਾ ਰਾਈਟਰ ਹੈ, ਬੜਾ ਭਾਵਕ ਹੋ ਕੇ ਗੱਲਾਂ ਤਾਂ ਕਰ ਲੈਂਦਾ ਹੈ, ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਆਉਣਾ ਪੈਂਦਾ ਨਾ, ਬੜਾ ਸੌਖਾ ਹੈ ਗੱਲ ਕਰਨੀ ਕਿ ਧੀਆਂ ਨੂੰ ਬਚਾਉਣ ਦੀ ਗੱਲ ਉਹ ਕਰਨੀ। ਤੁਸੀਂ ਹੁਣੇ ਗੱਲ ਕਰਕੇ ਹਟੇ ਹੋ, ਕਿਸਾਨਾਂ ਦੀ ਗੱਲ ਕੀਤੀ, ਮੈਂ 2 ਸਵਾਲ ਇਕੱਠੇ ਪੁੱਛ ਰਿਹਾ ਤੁਹਾਨੂੰ। ਸਿਰਫ ਧੀਆਂ ਨੂੰ ਬਚਾਉਣ ਦੀ ਗੱਲ ਹੀ ਕਰ ਰਹੇ ਹੋ ਜਾਂ ਧੀਆਂ ਲਈ ਕੁਝ ਕਰ ਵੀ ਰਹੇ ਹੋ? ਸਵਾਲ ਪਹਿਲਾ। ਦੂਸਰਾ ਸਵਾਲ, ਕਿਸਾਨਾਂ ਦੀ ਗੱਲ ਕੀਤੀ ਹੈ ਕਿ ਨੇਤਾ ਆਇਆ, ਉਹਨੇ ਹੱਥ ਲਾਇਆ ਤੇ 2 ਕਰੋੜ ਦੀ ਆਡੀਅנס ਹੈ ਜਿਹੜੀ ਉਹਨੂੰ ਵਾਚ ਕਰ ਰਹੀ ਹੈ। ਤੁਸੀਂ ਆਪਣੇ ਵੱਲੋਂ ਹਿੰਮਤ ਕੀਤੀ ਕਿਸਾਨਾਂ ਕੋਲ ਜਾਣ ਦੀ ਕੋਈ? ਆ ਦੋਨੇ ਸਵਾਲ ਜੀ, 4 ਮਿੰਟ ਨੇ ਕੁੱਲ, 3 ਮਿੰਟ ਜੀ। ਬਿਲਕੁਲ, ਸਾਡੀ ਟਰਸਟ ਹੈ ਜੀ ਡਾਕਟਰ ਹਰਸ਼ ਚੈਰੀਟੇਬਲ ਟਰਸਟ, ਜਿਸ ਵਿੱਚ 415 ਬੱਚੀਆਂ ਪਹਿਲਾਂ ਪੜ੍ਹ ਰਹੀਆਂ ਸਨ। ਇਸ ਵਾਰ ਅਸੀਂ 4 ਹੋਰ ਹੁਣ ਐਡ ਕਰ ਲਈਆਂ ਨੇ ਤੇ ਅਸੀਂ ਖੁੱਲਾ ਸੱਦਾ ਵੀ ਦਿੱਤਾ ਕਿ ਜਿਹੜੇ ਵੀ ਹੋਰ ਕਿਸਾਨ ਵੀਰ ਲਈ ਔਖਾ ਹੈ, ਕਿਉਂਕਿ ਜਿਹੜੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਜਾਂ ਜਿਹੜੇ ਜਿਨ੍ਹਾਂ ਦੇ ਮਾਪਿਓ ਦੋਨੋਂ ਪੂਰੇ ਹੋ ਚੁੱਕੇ ਨੇ, ਇਹੋ ਜਿਹੀਆਂ 415 ਬੱਚੀਆਂ ਦੀਆਂ ਫੀਸਾਂ ਉਹਨਾਂ ਦੇ ਸਕੂਲਾਂ ਵਿੱਚ ਜਮ੍ਹਾਂ ਹੋ ਰਹੀਆਂ ਨੇ, ਜਿੱਥੇ ਉਹ ਰਹਿ ਰਹੀਆਂ ਨੇ। ਉਹਨਾਂ ਦੀ ਸਾਡੇ ਡਾਕਟਰ ਹਰਸ਼ ਚੈਰੀਟੇਬਲ ਟਰਸਟ ਉਹਨਾਂ ਦੀ ਮਦਦ ਕਰ ਰਹੀ ਹੈ ਪੜ੍ਹਾਈ 'ਚ। ਦੂਸਰੀ ਚੀਜ਼, ਕਿਸਾਨਾਂ ਲਈ ਮੈਂ ਤੇ ਮੇਰੇ ਪਤੀ ਧਰੇੜੀ ਜੱਟਾਂ ਗਏ ਸਾਂ, ਜਿੱਥੇ ਉਹਨਾਂ ਨੇ ਲਾਇਆ ਹੋਇਆ ਯਾਨੀ ਨਾਕੇ ਤੇ ਜਿੱਥੇ ਉਹ ਬੈਠੇ ਸਨ। ਮੈਂ ਲੈਕਚਰ ਦੇਣ ਨਹੀਂ ਸੀ ਗਈ, ਉਹਨਾਂ ਦੀਆਂ ਲੋੜਾਂ ਪੁੱਛਣ ਗਈ ਸੀ ਕਿ ਮੈਡੀਕਲ ਪੱਖੋਂ ਲੋੜ ਹੋਏ ਤਾਂ ਦੱਸਿਓ। ਉੱਥੇ 2 ਸਨ ਜਿਨ੍ਹਾਂ ਦੀਆਂ ਲੱਤਾਂ ਨਹੀਂ ਸਨ, ਉਹਨਾਂ ਲਈ ਅਸੀਂ ਲੱਤਾਂ ਦੀ ਅਰੇਂਜਮੈਂਟ, ਉਹਨਾਂ ਦੀ ਆਰਟੀਫੀਸ਼ੀਅਲ ਲਿੰਬਸ ਲਈ ਅਰੇਂਜ ਕਰ ਆਏ ਹਾਂ ਕਿ ਉਹ ਉਹਨਾਂ ਦਾ ਕੋਈ 1 ਰੁਪਈਆ ਵੀ ਨਹੀਂ ਲੱਗਣਾ, ਅਸੀਂ ਲਵਾ ਕੇ ਦੇਵਾਂਗੇ। ਤੇ ਅਗਾਂਹ ਲਈ ਵੀ ਜਿਸ ਨੂੰ ਕਦੇ ਵੀ ਕਿਤੇ ਵੀ ਲੋੜ ਹੋਏ ਅਸੀਂ ਹਾਜ਼ਰ ਹਾਂ। ਸੋ ਮੈਂ ਸਿਆਸਤਦਾਨ ਨਹੀਂ ਆ, ਪਰ ਜਿੱਥੇ ਤੱਕ ਕਿਸੇ ਦੀ ਥੋੜੀ ਬਹੁਤ ਮਦਦ ਕੀਤੀ ਜਾ ਸਕੇ ਉਹਨੇ ਲਈ ਹਾਜ਼ਰ ਹਾਂ। ਸੋ ਅਸਲ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈ, ਉੱਥੇ ਮੇਰੇ ਵਰਗਾ ਤਾਂ ਜਾਂਦਾ ਹੁੰਦਾ ਫੋਟੋ ਖਿਚਾਉਣ ਵਾਸਤੇ, ਤੇ ਨਾਲ ਦੀ ਨਾਲ ਅਖਬਾਰ ਦੇ ਵਿੱਚ ਹਾਂਜੀ ਵੀਡੀਓ ਬਣਾ ਲਈ, 2 ਮਿੰਟ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆ ਕੁਲਦੀਪ ਸਿੰਘ ਫਲਾਣੇ ਪਿੰਡ ਦਾ ਸਰਪੰਚ ਹੈ, ਉਹ ਉੱਥੇ ਗੇੜਾ ਮਾਰ ਕੇ ਆਇਆ। ਪਰ ਡਾਕਟਰ ਹਰਸ਼ਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ, ਮੈਂ ਸਾਰੇ ਦਰਸ਼ਕਾਂ ਨੂੰ ਵੀ ਦੱਸਦੇ ਹਾਂ, ਧਰੇੜੀ ਜੱਟਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ, ਪਟਿਆਲੇ ਤੋਂ ਰਾਜਪੁਰੇ ਵੱਲ ਨੂੰ ਜਾਓ ਤਾਂ ਇੱਕ ਪਿੰਡ ਆਉਂਦਾ ਹੈ, ਉੱਥੇ ਕਿਸਾਨਾਂ ਨੇ ਮੋਰਚਾ ਲਾਇਆ ਸੀ। ਮੈਂ ਅੱਜ ਖਾਸ ਕਰਕੇ ਡਾਕਟਰ ਹਰਸ਼ਿੰਦਰ ਕੌਰ ਨੂੰ ਇਸ ਕਰਕੇ ਵੀ ਲਿਆਂਦਾ ਹੈ, ਮੈਨੂੰ ਉੱਥੇ ਦੇ ਲਾਗੇ ਦੇ ਕਿਸੇ ਸਰਪੰਚ ਨਾਲ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ। ਉਹ ਕਹਿਣ ਲੱਗੇ ਜੀ ਤੁਹਾਡੇ ਕੋਲ, ਤੁਹਾਨੂੰ ਡਾਕਟਰ ਹਰਸ਼ਿੰਦਰ ਕੌਰ ਜਾਣਦੇ ਆ ਪਟਿਆਲੇ ਤੋਂ, ਬੱਚਿਆਂ ਦੇ ਬੜੇ ਆਲਾ ਡਾਕਟਰ ਨੇ ਰਜਿੰਦਰ ਹਸਪਤਾਲ। ਮੈਂ ਕਿਹਾ ਹਾਂਜੀ। ਕਹਿੰਦੇ ਅੱਜ ਮੋਰਚੇ ਦੇ ਵਿੱਚ ਆਏ ਸਨ ਤੇ ਮੋਰਚੇ ਜਦੋਂ ਆ ਕੇ ਉਹਨਾਂ ਨੇ ਦੇਖਿਆ ਕਿ 2 ਜ਼ਿਮੀਂਦਾਰ
ਉਸ ਅੰਦੋਲਨ ਦੇ ਵਿੱਚ ਬੈਠੇ ਨੇ, ਇੱਕ ਦੀ ਬਾਹ ਨਹੀਂ ਤੇ ਇੱਕ ਦੀ ਲੱਤ ਨਹੀਂ, ਜੀ ਉਹ ਬੈਠੇ ਨੇ ਮੋਰਚੇ ਦੇ ਵਿੱਚ। ਤੇ ਜਦੋਂ ਦੋਨੇ ਡਾਕਟਰ ਜਾਂਦੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਕਿਵੇਂ ਚੱਲ ਰਿਹਾ ਹੈ, ਤੇ ਜਦੋਂ ਨਿਗਾਹ ਇਹਨਾਂ ਦੀ ਦੋਨਾਂ ਦੀ ਡਾਕਟਰਾਂ ਦੀ ਉਹਨਾਂ ਦੋਨੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੇ ਪੈਂਦੀ ਹੈ, ਪਹਿਲੀ ਸੱਟੇ ਉਹਨਾਂ ਨੂੰ ਇਹ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਇਲਾਜ ਨਹੀਂ ਕਰਾਇਆ ਇਹਦਾ। ਕਹਿੰਦੇ ਜੀ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਇਹਦਾ ਇਲਾਜ ਕਰਾ ਸਕੀਏ। ਪਰ ਦੋਨਾਂ ਡਾਕਟਰਾਂ ਨੇ ਜਾ ਕੇ ਇਹ ਗੱਲ ਆਖੀ ਕਿ ਜਿੰਨੇ ਵੀ ਪੈਸੇ ਲੱਗਣਗੇ ਉਹ ਅਸੀਂ ਦੋਨੋਂ ਪੱਲਿਓਂ ਲਾਵਾਂਗੇ। ਇੱਕ ਜ਼ਿਮੀਂਦਾਰ ਦੀ ਲੱਤ ਤੇ ਦੂਸਰੇ ਜ਼ਿਮੀਂਦਾਰ ਦੀ ਜਿਹੜੀ ਬਾਂਹ ਹੈ ਉਹ ਜਲਦੀ ਡਾਕਟਰ ਹਰਸ਼ਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ ਵੱਲੋਂ ਲਾਈ ਜਾਣੀ ਹੈ। ਮੈਂ ਕਹਿੰਦਾ ਮਨੁੱਖਤਾ ਦੇ ਲਈ ਇੱਕ ਰੋਲ ਮਾਡਲ ਨੇ, ਤੁਰਦੇ ਫਿਰਦੇ ਦੇਵਤਾ ਨੇ, ਜਿਹੜੇ ਮਹਾਂਪੁਰਸ਼ਾਂ ਨੂੰ ਤੁਸੀਂ ਮੰਨ ਰਹੇ ਹੋ, ਜਿਨ੍ਹਾਂ ਨੂੰ ਮੱਥਾ ਟੇਕ ਰਹੇ ਹੋ, ਜਿਨ੍ਹਾਂ ਨੂੰ ਪੂਜ ਰਹੇ ਹੋ, ਮਹਾਂਪੁਰਸ਼ ਉਹ ਨੇ। ਮਹਾਂਪੁਰਸ਼ ਉਹ ਇਸ ਧਰਤੀ ਦੇ ਉੱਤੇ ਜਿਹੜਾ ਮਨੁੱਖਤਾ ਦੀ ਜਾਨ ਬਚਾਉਂਦਾ ਹੈ। ਇਸੇ ਕਰਕੇ ਕਹਿੰਦੇ ਨੇ ਕਿ ਡਾਕਟਰ ਇੱਕ ਪਰਮਾਤਮਾ ਦਾ ਦੂਸਰਾ ਰੂਪ ਹੈ। ਸਾਡੀਆਂ ਸ਼ੁਭ ਇੱਛਾਵਾਂ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਲਗਾਤਾਰ ਇਸ ਤਰ੍ਹਾਂ ਗੱਲਬਾਤ ਕਰਦੇ ਰਹਾਂਗੇ ਕਿ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਜਿਹੜੀ ਮਨੁੱਖਤਾ ਦਾ ਭਲਾ ਕਰ ਰਹੇ ਹੋ ਡਾਕਟਰ ਹਰਸ਼ ਚੈਰੀਟੇਬਲ ਟਰਸਟ ਦੇ ਰਾਹੀਂ, ਤੇ ਹੋਰ ਜਿਹੜੀ ਭਲਾਈ ਦੇ ਕੰਮ ਨਾਲ ਦੀ ਨਾਲ ਡਾਕਟਰੀ ਦੇ ਨਾਲ ਕਰ ਰਹੇ ਹੋ। ਸਾਨੂੰ ਉਮੀਦ ਹੈ ਕਿ ਜਿਹੜੇ ਕੰਮ ਤੁਹਾਡੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਕਰਕੇ ਗਏ ਨੇ, ਜਿਹੜੇ ਕੰਮ ਮਾਮਾ ਦਲਜੀਤ ਸਿੰਘ ਹੁਣੀ, ਜਦੋਂ ਉਹਨਾਂ ਕੋਲ ਕੋਈ ਪੇਸ਼ੈਂਟ ਦੁਨੀਆ ਦੇ ਵਿੱਚੋਂ ਆਉਂਦਾ ਸੀ ਕਿ ਮੇਰੀਆਂ ਅੱਖਾਂ ਗਈਆਂ, ਤੇ ਮਾਮਾ ਦਲਜੀਤ ਸਿੰਘ ਹੁਣੀ ਕਹਿੰਦੇ ਹੁੰਦੇ ਸਨ ਇਹਨਾਂ ਦੇ ਕਿ ਇਸ ਪੇਸ਼ੈਂਟ ਨੂੰ ਲੈ ਕੇ ਆਓ, ਇਹ ਗਰੀਬ ਪੇਸ਼ੈਂਟ ਹੈ, ਇਹਦਾ ਇਲਾਜ ਇੱਥੇ ਮੁਫਤ ਹੋਏਗਾ। ਜੀ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹ ਸਾਰੀ ਗੱਲਬਾਤ ਪਰਿਵਾਰਕ ਤੌਰ ਦੇ ਉੱਤੇ ਉਸ ਖੂਨ ਦੇ ਵਿੱਚ, ਇਸੇ ਕਰਕੇ ਕਹਿੰਦੇ ਨੇ ਜੀਨਸ, ਇਸੇ ਕਰਕੇ ਕਹਿੰਦੇ ਨੇ ਖਾਨਦਾਨੀ ਬੱਚਾ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਅੱਜ ਦੇ ਇਸ ਪਲੇਠੇ ਪ੍ਰੋਗਰਾਮ ਦੇ ਵਿੱਚ, ਬੜੀ ਅਹਿਮ ਗੱਲਬਾਤ ਕੀਤੀ ਹੈ। ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਕੁਲਦੀਪ ਸਿੰਘ ਜੀ, ਬਹੁਤ ਹੀ ਵਧੀਆ ਗੱਲਬਾਤ ਰਹੀ ਤੇ ਬੜੇ ਨਧੜਕ ਹੋ ਕੇ ਗੱਲਾਂ ਜਿਹੜੀਆਂ ਵੀ ਭੈਣ ਜੀ ਕਰਦੇ ਆ, ਤੇ ਮੈਂ ਇਹਨਾਂ ਦੀ ਡਾਇਰੀ, ਨਿੱਜੀ ਡਾਇਰੀ ਪੜ੍ਹੀ ਆ ਤੇ ਪੜ੍ਹ ਕੇ ਅੱਖਾਂ 'ਚ ਆਪ ਮੁਹਾਰੇ ਹੰਝੂ ਵਗਣ ਲੱਗ ਪੈਂਦੇ। ਜਿਹੋ ਜੀ ਹਕੀਕਤ, ਜਿਹੋ ਜੀ ਸੱਚੀ ਕਾਲਮ ਚੱਲੀ ਹੈ। ਪਰ ਹੁਣ ਸਾਡਾ ਸਮਾਂ ਕਹਿ ਰਿਹਾ ਕਿ ਅਸੀਂ ਹੁਣ ਜਾਈਏ ਤੇ ਸਵੇਰੇ ਇੱਕ ਹੋਰ ਅਹਿਮ ਸ਼ੋਅ ਲੈ ਕੇ ਆਪਾਂ ਫੇਰ ਪਹੁੰਚ ਰਹੇ ਹਾਂ ਜੀ। ਪਰ ਸਵੇਰ ਦੀ ਗੱਲ ਤੁਸੀਂ ਕੀਤੀ ਹੈ, ਸਵੇਰੇ ਮੇਰੀ ਇਹ ਸਲਾਹ ਹੈ ਕਿਉਂਕਿ ਇੱਕ ਪੰਜਾਬ ਦੀ ਧੀ, ਪੰਜਾਬ ਦੀ ਬੱਬਰ ਸ਼ੇਰਨੀ ਨਾਲ ਗੱਲਬਾਤ ਕੀਤੀ ਹੈ, ਤੇ ਕੱਲ ਦੇ ਖਬਰਸਾਰ ਦੇ ਵਿੱਚ ਤੁਹਾਡਾ ਵਾਅਦਾ ਰਿਹਾ ਪੰਜਾਬ ਦੀ ਨਹੀਂ ਦੁਨੀਆ ਦੀ ਕਿ ਅਸੀਂ ਬੱਬਰ ਸ਼ੇਰਨੀ ਨਾਲ ਗੱਲਬਾਤ ਕਰਾਂਗੇ। ਕੀ ਬਾਤ ਹੈ। ਤੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ, ਤੇ ਪੰਜਾਬ ਦੀ ਧੀ, ਪੰਜਾਬ ਦੀ ਸ਼ੇਰਨੀ ਦੇ ਨਾਲ ਗੱਲ ਕੀਤੀ। ਤੇ ਇਹਨਾਂ ਨੇ ਕਿਹਾ ਕਿ ਕੱਲ ਸਵੇਰੇ 11 ਤੋਂ 12 ਵਜੇ ਖਬਰਸਾਰ ਦੇ ਵਿੱਚ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਬੱਬਰ ਸ਼ੇਰਨੀ ਦੇ ਨਾਲ ਫਿਰ ਗੱਲਬਾਤ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਾ, ਫੀਡਬੈਕ ਜ਼ਰੂਰ ਦਿਆ ਕਰੋ। ਧੰਨਵਾਦ ਸਾਰੇ ਹੀ ਸਾਡੇ ਸਪਾਂਸਰ ਦਾ। ਮੇਰੀ ਜਾਣ ਤੋਂ ਬਾਅਦ ਇੱਕ ਹੋਰ ਖਾਸ ਪ੍ਰੋਗਰਾਮ ਆ ਰਿਹਾ, ਸਾਫ਼ ਤੇ ਸਪਸ਼ਟ ਪੁਨੀਤ ਜੀ ਲੈ ਕੇ ਆਉਂਦੇ ਨੇ। ਬਹੁਤ ਹੀ ਅੱਛਾ ਪ੍ਰੋਗਰਾਮ ਹੁੰਦਾ, ਪੰਜਾਬ ਦੀਆਂ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਆ। ਸੋ ਕੀਪ ਵਾਚਿੰਗ ਸਾਂਝਾ ਟੀਵੀ। ਤੁਹਾਡਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇ ਤੇ ਆਏ ਦਿਨ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਸ਼ੋਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ। ਖਿਆਲ ਰੱਖਿਓ ਜੀ, ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ।